ਸ੍ਰੀ ਵਾਹਿਗੁਰੂ ਸਾਹਿਬ ਜੀਓ। ਗੁਰਮੁਖ ਚੁਕਾਇਆ ਵਣ ਜਾਣ, ਗੁਰਮੁਖ ਦਰਗਹ ਪਾਵੈ ਮਾਣ। ਗੁਰਮੁਖ ਚੁਕਾਇਆ ਵਣ ਜਾਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੋਟ ਬ੍ਰਹਿਮੰਡਾਂ ਦੇ ਮਾਲਕ, ਜੁਗੋ ਜੁਗੀ ਅਟਲ ਸ਼ਬਦਾ ਅਵਤਾਰ, ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ। ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੀ ਪਵਿੱਤਰ ਪਾਵਨ ਹਜ਼ੂਰੀ ਦੇ ਵਿੱਚ ਜੁੜ ਮਿਲ ਬੈਠੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ। ਆਓ ਬੜੇ ਪਿਆਰ ਯਾਰ ਸਤਿਕਾਰ ਦੇ ਨਾਲ ਅੰਮ੍ਰਿਤ ਬਾਣੀ ਹਰ ਹਰ ਤੇਰੀ ਸੁਣ ਸੁਣ ਹੋਵੇ ਪਰਮਗਤ ਮੇਰੀ। ਜਲਨ ਬੁਝੀ ਸੀਤਲ ਹੋਏ ਮਨੁਆ, ਸਤਿਗੁਰ ਕਾ ਦਰਸ਼ਨ ਪਾਏ ਜੀਓ। ਸਤਿਗੁਰਾਂ ਦੀ ਪਵਿੱਤਰ ਅੰਮ੍ਰਿਤ ਬਾਣੀ ਦੀ ਕਥਾ ਵਿਚਾਰ ਵਿਆਖਿਆ ਸੋ ਸਰਵਣ ਕਰਕੇ ਲਾਹਾ ਪ੍ਰਾਪਤ ਕਰੋ ਜੀ। ਇੱਕ ਵਾਰ ਉਚਾਰਨ ਕਰੋ ਸਤਨਾਮ ਸ੍ਰੀ ਵਾਹਿਗੁਰੂ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਗੁਰਮੁਖ ਚੁਕਾਇਆ ਵਣ ਜਾਣ। ਰਾਮ ਕਲੀ ਮਹੱਲਾ ਪਹਿਲਾ। ਸਿੱਧ ਗੋਸ਼ਟ ਸਿਰਲੇਖ ਹੇਠ ਸਿੱਧ ਗੋਸ਼ਟ ਨਾਮੇ ਗੁਰਬਾਣੀ ਦੀ ਕਥਾ ਵਿਚਾਰ ਪ੍ਰਾਰੰਭ ਹੈ। ਕੱਲ ਤੱਕ 40 ਪੌੜੀਆਂ ਸੰਪੂਰਨ ਹੋਈਆਂ ਨੇ। ਅੱਜ 41ਵੀਂ ਪੌੜੀ ਦੇ ਵਿੱਚ ਸਤਿਗੁਰੂ ਜੀ ਗੁਰਮੁਖਾਂ ਦਾ ਲੱਛਣ ਦੱਸ ਰਹੇ ਨੇ। ਕੱਲ 40ਵੀਂ ਪੌੜੀ ਵਿੱਚ ਵੀ ਗੁਰਮੁਖਾਂ ਬਾਬਤ ਵਿਚਾਰ ਆਈ ਸੀ। ਗੁਰਮੁਖ ਦਾ ਅਰਥ ਗੁਰਮੁਖ ਜਨ ਹੈ, ਦੂਸਰਾ ਅਰਥ ਹੈ ਮੁਖੀ ਗੁਰੂ ਸਾਹਿਬ। ਸੋ ਗੁਰਮੁਖ ਚੁਕਾ ਆਮਣ ਜਾਣ। ਇੱਥੇ ਗੁਰਮੁਖ ਜਨਾਂ ਦਾ ਅਰਥ ਹੈ ਕਿ ਗੁਰਮੁਖ ਜਨਾਂ ਦਾ ਜਨਮ ਧਾਰ ਕੇ ਆਉਣਾ ਅਤੇ ਮਰ ਕੇ ਜਾਣਾ, ਚੁੱਕਿਆ ਜਾਂਦਾ, ਨਿਵਰਤ ਹੋ ਜਾਂਦਾ ਹੈ। ਇਸੇ ਪ੍ਰਕਾਰ ਗੁਰਮੁਖ ਚੁਕਾਇਆ ਵਣ ਜਾਣ। ਉਹੀ ਅਸਲੀ ਗੁਰਮੁਖ ਨੇ ਜਿਨ੍ਹਾਂ ਦੀ ਸੰਗਤ ਕਰਕੇ ਆਉਣਾ ਜਾਣਾ, ਜੰਮਣਾ ਮਰਨਾ ਨਿਵਰਤ ਹੋ ਜਾਂਦਾ ਹੈ। ਗੁਰਮੁਖ ਦਰਗਹ ਪਾਵੈ ਮਾਣ। ਗੁਰਮੁਖ ਜਨ ਪਰਮੇਸ਼ਰ ਦੀ ਨਿਆਈ ਸਭਾ ਦੇ ਵਿੱਚ ਆਦਰ ਮਾਣ ਪਾਉਂਦੇ ਨੇ। ਇਸੇ ਪ੍ਰਕਾਰ ਰੇ ਰੇ ਦਰਗਹ ਕਹਿ ਨ ਕੋ, ਆਓ ਬੈਠ ਆਦਰ ਸੁਭ ਦਿਓ। ਗੁਰਮੁਖ ਦਰਗਹ ਪਾਵੈ ਮਾਣ। ਗੁਰਮੁਖ ਜਨ ਬ੍ਰਹਮ ਗਿਆਨ ਦੇ ਸਹਿਤ ਹੋਣੇ ਕਰਕੇ ਸੰਸਾਰ ਰੂਪ ਦਰਗਾਹ ਦੇ ਵਿੱਚ ਵੀ ਸਤਿਕਾਰ ਪਾਉਂਦੇ ਹਨ। ਇਸੇ ਪ੍ਰਕਾਰ ਗੁਰਮੁਖ ਦਰਗਹ ਪਾਵੈ ਮਾਣ। ਜੋ ਦਰ ਅੰਦਰ ਤੁਰਿਆ ਪਦ ਰੂਪੀ ਕਹਿ ਜਗ੍ਹਾ ਹੈ, ਗੁਰਮੁਖ ਜਨ ਉਹਦੇ ਮੰਨਣ ਗਿਆਨ ਨੂੰ ਪਾਉਂਦੇ ਨੇ। ਗੁਰਮੁਖ ਖੋਟੇ ਖਰੇ ਪਛਾਣ। ਗੁਰਮੁਖ ਜਨ ਖੋਟੇ ਸੁਭਾਅ ਵਾਲੇ ਤੇ ਚੰਗੇ ਸੁਭਾਅ ਵਾਲੇ ਪੁਰਖਾਂ ਦੀ ਪਹਿਚਾਣ ਕਰ ਲੈਂਦੇ ਹਨ। ਇਸੇ ਪ੍ਰਕਾਰ ਗੁਰਮੁਖ ਖੋਟੇ ਖਰੇ ਪਛਾਣ। ਗੁਰਮੁਖ ਜਨ ਖੋਟੇ ਔਗੁਣਾਂ ਨੂੰ ਮੇਟ ਕਰਕੇ ਖਰੇ ਚੰਗੇ ਸ਼ੁਭ ਗੁਣਾਂ ਦੀ ਪਹਿਚਾਣ ਕਰ ਲੈਂਦੇ ਹਨ।
ਇਸੇ ਪ੍ਰਕਾਰ ਗੁਰਮੁਖਾਂ ਖੋਟੇ ਖਾਰੇ ਪਛਾਣ। ਖੋਟਾ ਕੀ ਆ ਗਿਆਨ, ਖੋਟੇ ਅਗਿਆਨ ਦੀ ਨਿਵਰਤੀ ਕਰਕੇ ਗੁਰਮੁਖ ਚੰਗੇ ਸ੍ਰੇਸ਼ਟ ਗਿਆਨ ਦੀ ਪਹਿਚਾਣ ਕਰ ਲੈਂਦੇ ਹਨ। ਇਸੇ ਪ੍ਰਕਾਰ ਗੁਰਮੁਖਾਂ ਖੋਟੇ ਖਾਰੇ ਪਛਾਣ। ਪਛਾਣ ਜਾਣਨਾ ਕਰੋ, ਪਹਿਚਾਨਣਾ ਕਰੋ ਕਿ ਗੁਰਮੁਖਾਂ ਦੀ ਸੰਗਤ ਕਰਕੇ ਖੋਟੇ ਪੁਰਖ ਵੀ ਖਰੇ ਹੋ ਜਾਂਦੇ ਹਨ। ਸਾਖੀ ਭਾਈ ਲੱਖੂ ਜੀ ਦੀ। ਭਾਈ ਲੱਖੂ ਜੀ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਬਹੁਤ ਹੀ ਪਿਆਰੇ ਸਿੱਖ ਹੋਏ ਹਨ, ਕਿਉਂਕਿ ਭਾਈ ਲੱਖੂ ਜੀ ਸ੍ਰੀ ਜਪਜੀ ਸਾਹਿਬ ਨਾਮੇ ਗੁਰਬਾਣੀ ਦੁਆਰਾ ਬ੍ਰਹਮ ਗਿਆਨੀ ਹੋਏ ਹਨ। ਲਾਹੌਰ ਦੇ ਵਿੱਚ ਜਿੱਥੇ ਪਟੋਲੀਏ ਕੰਮ ਕਰਦੇ ਸਨ, ਪਟੋਲੀਏ ਬਾਜ਼ਾਰ ਵਿੱਚ ਭਾਈ ਲੱਖੂ ਜੀ ਅਤੇ ਭਾਈ ਲੱਧਾ ਜੀ ਪਰਉਪਕਾਰੀ ਰਹਿੰਦੇ ਸਨ। ਭਾਈ ਗੁਰਦਾਸ ਜੀ ਨੇ 11ਵੀਂ ਵਾਰ ਦੇ ਵਿੱਚ 25ਵੀਂ ਪੌੜੀ ਅੰਦਰ ਇਹਨਾਂ ਦਾ ਜ਼ਿਕਰ ਕੀਤਾ ਹੈ। ਬੁੱਧੂ ਮਹਿਤਾ ਜਾਣੀਐ ਹੈ, ਕੁਲ ਘੁਮਿਆਰ ਭਗਤ ਨਿਰੰਕਾਰੀ। ਲੱਖੂ ਵਿੱਚ ਪਟੋਲੀਆ, ਭਾਈ ਲੱਧਾ ਪਰਉਪਕਾਰੀ। ਜ਼ਿਲ੍ਹਾ ਅੰਮ੍ਰਿਤਸਰ ਦੀ ਪੱਟੀ ਤਹਿਸੀਲ ਵਿੱਚ ਨਗਰ ਮਨਾਵਾ, ਜੋ ਖੇਮਕਰਨ ਦੇ ਕੋਲ ਹੈ, ਭਾਈ ਲੱਖੂ ਜੀ ਉਸ ਸਥਾਨ 'ਤੇ ਨਿਵਾਸ ਰੱਖਦੇ ਸਨ। ਪਹਿਲੀ ਉਮਰ ਦੇ ਵਿੱਚ ਡਾਕੇ ਮਾਰਨ ਦਾ ਕੰਮ ਕਰਦੇ ਸਨ, ਜਿਸ ਕਰਕੇ ਨਾਮ ਲੱਖੂ ਧਾੜਵੀ ਪ੍ਰਸਿੱਧ ਹੋ ਗਿਆ। ਇੱਕ ਵਾਰ ਦੀ ਗੱਲ ਹੈ ਕਿ ਜਦ ਇਹ ਲੋਕਾਂ ਨੂੰ ਲੁੱਟਣ ਵਾਸਤੇ ਜੰਗਲ 'ਚ ਗਏ ਤਾਂ ਇੱਕ ਸਿੱਖ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਚੰਗੀ ਅਵਸਥਾ ਵਾਲੇ ਸਿੱਖ ਭਾਈ ਪ੍ਰਾਣਾ ਜੀ ਨੇ ਲੰਗਰਾਂ ਵਾਸਤੇ ਲੱਕੜਾਂ ਇਕੱਠੀਆਂ ਕਰਕੇ ਉਹਨਾਂ ਦੀ ਭਰੀ ਬੰਨ੍ਹ ਕੇ ਪਾਸ ਰੱਖੀ ਹੋਈ ਹੈ। ਸਤਿਗੁਰਾਂ ਜੀ ਦੇ ਚਰਨਾਂ ਦਾ ਧਿਆਨ ਧਰ ਕੇ ਸਮਾਧੀ ਲਈ ਬੈਠੇ ਨੇ ਤਾਂ ਲੱਖੂ ਧਾੜਵੀ ਨੇ ਮੱਥਾ ਟੇਕਿਆ। ਭਾਵਨਾ ਵਿੱਚ ਆ ਕੇ ਸੁਖਣਾ ਸੁਖੀ ਕਿ ਹੇ ਬਾਬਾ ਜੀ, ਅੱਜ ਲੁੱਟ ਦਾ ਚੰਗਾ ਮਾਲ ਮਿਲਿਆ ਤਾਂ ਹੇ ਰੱਬ ਦੇ ਪਿਆਰੇ ਬਾਬਾ ਜੀ, ਲੋਕੀ ਤਾਂ 10ਵਾਂ ਹਿੱਸਾ ਵੀ ਨਹੀਂ ਦਿੰਦੇ, ਪਰ ਮੈਂ ਤੈਨੂੰ 3 ਹਿੱਸਾ ਦਿਆਂਗਾ। ਅੱਗੇ ਜੰਗਲ ਵਿੱਚ ਜਾ ਕੇ ਇਹ ਘਾਤ ਲਾ ਕੇ ਬੈਠ ਗਿਆ ਤਾਂ ਸਬੱਬੀ ਰਿਸ਼ਤੇਦਾਰੀ ਵਿੱਚ ਵਿਆਹ ਜਾਂਦੀਆਂ ਬੀਬੀਆਂ, ਜਿਨ੍ਹਾਂ ਨੇ ਬਹੁਤ ਕੀਮਤੀ ਗਹਿਣੇ ਅਤੇ ਬਹੁਤ ਕੀਮਤੀ ਵਸਤਰ ਪਾਏ ਹੋਏ ਸਨ, ਲੱਖੂ ਧਾੜਵੀ ਨੇ ਉਹਨਾਂ ਨੂੰ ਉੱਚੀ ਆਵਾਜ਼ ਵਿੱਚ ਦਬਕਾ ਮਾਰਿਆ। ਅੱਖਾਂ ਲਾਲ ਕਰਕੇ ਮੂੰਹ ਆਖਿਆ ਕਿ ਮੈਂ ਲੱਖੂ ਧਾੜਵੀ ਹਾਂ, ਜੇਕਰ ਖੈਰ ਚਾਹੁੰਦੀਆਂ ਹੋ ਤਾਂ ਗਹਿਣੇ ਅਤੇ ਵਸਤਰ ਉਤਾਰ ਕੇ ਰੱਖ ਦਿਓ। ਲੱਖੂ ਦਾ ਨਾਮ ਬਹੁਤ ਪ੍ਰਸਿੱਧ ਹੋਇਆ ਸੀ, ਇਸ ਲਈ ਬੀਬੀਆਂ ਵਿਚਾਰੀਆਂ ਡਰ ਗਈਆਂ। ਸਾਹ ਸੁੱਕ ਗਏ, ਰੰਗ ਪੀਲੇ ਪੈ ਗਏ, ਇਹ ਬਲਾ ਕਿੱਧਰੋਂ ਆ ਗਈ। ਆਪਦੇ ਵਸਤਰ ਅਤੇ ਗਹਿਣਿਆਂ ਨਾਲੋਂ ਆਪਦੀ ਜਾਨ ਨੂੰ ਕੀਮਤੀ ਸਮਝ ਕੇ ਡਰਦੀਆਂ ਹੋਈਆਂ ਨੇ ਝਾੜੀਆਂ ਉੱਲੇ ਹੋ ਕੇ ਗਹਿਣੇ ਅਤੇ ਵਸਤਰ ਉਤਾਰ ਕੇ ਇਹਨੂੰ ਦੇ ਦਿੱਤੇ। ਲੱਖੂ ਧਾੜਵੀ ਗਹਿਣੇ ਅਤੇ ਵਸਤਰਾਂ ਦੀ ਪੰਡ ਬੰਨ੍ਹ ਕੇ ਆਪਣੀ ਸੁਖੀ ਹੋਈ ਸੁਖਨਾ ਅਨੁਸਾਰ ਭਾਈ ਪ੍ਰਾਣਾ ਜੀ ਦੇ ਪਾਸ ਪਹੁੰਚ ਗਏ। ਇੱਧਰ ਬੀਬੀਆਂ ਵਿਚਾਰੀਆਂ ਰੋ ਰਹੀਆਂ ਨੇ, ਕਿਉਂਕਿ ਹੋਰ ਕੋਈ ਚਾਰਾ ਨਹੀਂ ਸੀ, ਕੱਪੜੇ ਵੀ ਨਹੀਂ ਸਨ, ਜਿਸ ਕਰਕੇ ਸ਼ਰਮ ਦੀਆਂ ਮਾਰੀਆਂ ਉੱਥੇ ਹੀ ਦਬਕ ਕੇ ਬੈਠੀਆਂ ਸਨ। ਉੱਧਰ ਜਦੋਂ ਭਾਈ ਪ੍ਰਾਣਾ ਜੀ ਦੀ ਸਮਾਧੀ ਖੁੱਲ੍ਹੀ ਤਾਂ ਪਾਸ ਬੈਠੇ ਲੱਖੂ ਧਾੜਵੀ ਨੂੰ ਵੇਖ ਕੇ ਕਹਿਣ ਲੱਗੇ, ਕੌਣ ਹੈ ਬਈ ਤੂੰ, ਅਤੇ ਲੈ ਕੇ ਕੀ ਆਇਆ। ਤਾਂ ਅੱਗੋਂ ਲੱਖੂ ਧਾੜਵੀ ਨੇ ਕਿਹਾ, ਮੈਂ ਲੱਖੂ ਧਾੜਵੀ ਹਾਂ, ਕਈ ਦਿਨਾਂ ਤੋਂ ਮੈਨੂੰ ਕੋਈ ਮਾਲ ਹੱਥ ਨਹੀਂ ਸੀ ਲੱਗਾ, ਅਤੇ ਤੁਸੀਂ ਬੜੇ ਜਾਰੇ ਬਾਬਾ ਜੀ ਹੋ, ਅੱਜ ਤੁਹਾਡੀ ਸੁਖਨਾ ਸੁੱਖ ਕੇ ਮੇਰੀ ਮੁਰਾਦ ਪੂਰੀ ਹੋ ਗਈ ਹੈ। ਅੱਜ ਕੁਝ ਬੀਬੀਆਂ ਅਤੇ ਬੰਦੇ ਵਿਆਹ ਵਿੱਚ ਸ਼ਾਮਲ ਹੋ ਨਹੀਂ ਜਾ ਰਹੇ ਸਨ। ਬੰਦੇ ਤਾਂ ਅੱਗੇ ਲੰਘ ਗਏ, ਪਰ ਬੀਬੀਆਂ ਗੱਲਾਂ ਦੇ ਲਾਲਚ ਵਿੱਚ ਗੱਲਾਂ ਕਰਦੀਆਂ ਪਤਾ ਹੀ ਨਹੀਂ ਲੱਗਾ, ਪਿੱਛੇ ਰਹਿ ਗਈਆਂ, ਰਾਹ ਭੁੱਲ ਗਈਆਂ। ਉਹਨਾਂ ਨੇ ਮੈਨੂੰ ਭਲਾ ਪੁਰਸ਼ ਜਾਣ ਕੇ ਰਾਹ ਪੁੱਛਿਆ ਅਤੇ ਮੈਂ ਉਹਨਾਂ ਨੂੰ ਗਲਤ ਰਸਤੇ ਪਾ ਕੇ ਸੰਘਣੇ ਜੰਗਲ ਵਿੱਚ ਲੈ ਗਿਆ।
ਮਾਰਨ ਦੀ ਧਮਕੀ ਦੇ ਕੇ ਗਹਿਣੇ ਅਤੇ ਵਸਤਰ ਲੁੱਟ ਕੇ ਲਿਆਇਆ। ਮੈਨੂੰ ਖੁਸ਼ੀ ਹੈ ਕਿ ਤੁਹਾਡੀ ਸੁਖਨਾ ਛੇਤੀ ਫਲੀਭੂਤ ਹੋਈ ਹੈ। ਹੁਣ ਤੁਸੀਂ ਤੀਜੇ ਹਿੱਸੇ ਦੀ ਬਜਾਏ ਭਾਵੇਂ ਅੱਧੀ ਲੈ ਲਵੋ, ਚੁੱਕੋ, ਅੱਧਾ ਤੁਹਾਡਾ ਅਤੇ ਅੱਧਾ ਮੇਰਾ। ਤਾਂ ਅੱਗੂ ਭਾਈ ਪ੍ਰਾਣਾ ਜੀ ਇਹਨੂੰ ਸਿੱਧੇ ਰਸਤੇ ਪਾਉਣ ਵਾਸਤੇ ਸਖਤੀ ਦੇ ਨਾਲ ਬੋਲੇ ਕਿ ਤੂੰ ਬਹੁਤ ਵੱਡਾ ਪਾਪੀ ਹੈ। ਖੋਟੀ ਕਿਰਤ ਵਿੱਚ ਸਾਥ ਦੇਣ ਵਾਲਾ ਵੀ ਖੋਟਾ ਹੋ ਜਾਂਦਾ। ਯਾਦ ਰੱਖੀ, ਜੇ ਮੇਰੀ ਸੁਖਨਾ ਪੂਰੀ ਹੋ ਗਈ ਹੈ ਤਾਂ ਮੇਰਾ ਸ਼ਰਾਪ ਵੀ ਪੂਰਾ ਹੋ ਸਕਦਾ ਹੈ। ਤੈਨੂੰ ਸ਼ਰਾਪ ਦੇ ਕੇ ਭਸਮ ਕਰ ਦਿਆਂਗਾ। ਖਬਰਦਾਰ, ਕੌਣ ਹੈ ਤੂੰ? ਚੱਲ ਇਹਨੂੰ ਚੁੱਕ ਤੇ ਜਾ ਕੇ ਉਹਨਾਂ ਬੀਬੀਆਂ ਨੂੰ ਵਾਪਸ ਕਰਕੇ ਆ। ਅੱਗੇ ਤੋਂ ਐਸਾ ਪਾਪ ਨਾ ਕਰੀ। ਲੱਖੂ ਧਾੜਵੀ ਜੋ ਵੱਡੇ ਵੱਡੇ ਪਾਪ ਕਰਕੇ ਕਦੇ ਘਬਰਾਇਆ ਨਹੀਂ ਸੀ, ਅੱਜ ਮਹਾਂਪੁਰਖ ਪੂਰਨ ਬ੍ਰਹਮ ਗਿਆਨੀ ਭਾਈ ਪ੍ਰਾਣਾ ਜੀ ਤਿੰਨਾਂ ਦੇ ਤੇਜ ਪ੍ਰਤਾਪ ਅੱਗੇ ਘਬਰਾ ਗਿਆ ਅਤੇ ਚਰਨ ਫੜ ਕੇ ਇੱਕੋ ਗੱਲ ਵਾਰ-ਵਾਰ ਕਹਿ ਰਿਹਾ ਸੀ ਕਿ ਮੈਨੂੰ ਪਾਪੀ ਨੂੰ ਬਖਸ਼ ਲਵੋ ਜੀ, ਸ਼ਰਾਪ ਨਾ ਦੇਵੋ, ਮੈਂ ਤੁਹਾਡਾ ਦਾਸ ਹੋਇਆ, ਜੋ ਕਹੋਗੇ ਉਹੀ ਕਰਾਂਗਾ। ਤਾਂ ਭਾਈ ਪ੍ਰਾਣੀ ਨੇ ਕਿਹਾ ਕਿ ਜੇ ਪਰਮੇਸ਼ਰ ਦੀ ਖੁਸ਼ੀ ਚਾਹੁੰਦਾ ਹੈ ਤਾਂ ਬਾਕੀ ਕੰਮ ਤਾਂ ਬਾਅਦ 'ਚ ਦੱਸਾਂਗੇ, ਪਹਿਲਾਂ ਸਭ ਤੋਂ ਇਹ ਕੰਮ ਕਰਕੇ ਹੈ ਵੀ ਗਹਿਣੇ ਅਤੇ ਵਸਤਰ ਚਲੋ ਰੋਂਦੀਆਂ ਬੀਬੀਆਂ ਦੇ ਵਾਪਸ ਕਰਕੇ ਆ। ਉਹਨਾਂ ਵਿਚਾਰੀਆਂ ਨੇ ਆਪਦੇ ਰਸਤੇ ਜਾਣਾ ਹੈ, ਅੱਗੇ ਉਹਨਾਂ ਦੇ ਬੰਦੇ ਉਡੀਕਦੇ ਹੋਣਗੇ। ਤੂੰ ਸਾਰਿਆਂ ਨੂੰ ਸੁੱਕਣੇ ਪਾਇਆ ਹੋਇਆ, ਅੱਗੋਂ ਵਾਸਤੇ ਪ੍ਰਾਣ ਕਰ, ਕੰਨਾਂ ਨੂੰ ਹੱਥ ਲਾ ਕੇ ਤੇ ਨੱਕ ਨਾਲ ਲਕੀਰਾਂ ਕੱਢ, ਅੰਮ੍ਰਿਤਸਰ ਵੱਲ ਮੂੰਹ ਕਰ, ਚੱਲ। ਗੁਰੂ ਅਰਜਨ ਸਾਹਿਬ ਦਾ ਧਿਆਨ ਧਰ ਤੇ ਆਖ ਵੀ ਮੈਂ ਕਦੀ ਇਹੋ ਜਿਹੀ ਚੋਰੀ ਤੇ ਡਾਕਾ ਨਹੀਂ ਮਾਰਾਂਗਾ ਤੇ ਗੁਰੂ ਦਾ ਸਿੱਖ ਬਣ ਕੇ ਜੀਵਨ ਸਫਲਾ ਕਰਾਂਗਾ। ਲੱਖੂ ਧਾੜਵੀ ਨੇ ਹੱਥ ਜੋੜ ਕੇ ਸਵੀਕਾਰ ਕੀਤਾ। ਵੇਖੋ ਭਾਈ ਪ੍ਰਾਣਾ ਜੀ ਨੇ ਕੋਈ ਫੱਟ ਨਹੀਂ ਮਾਰਿਆ, ਕੋਈ ਡਾਂਗ ਸੋਟਾ ਨਹੀਂ ਕੀਤਾ, ਬਸ ਬਚਨਾਂ ਦੀ ਤਾਕਤ ਨਾਲ ਹੀ ਤੇ ਉਹਨੂੰ ਇਹੋ ਜਿਹੇ ਸ਼ਬਦ ਦੇ ਬਾਣ ਮਾਰੇ ਕਿ ਉਹ ਬੰਨਿਆ ਗਿਆ। ਬਚਨ ਮੰਨ ਕੇ ਗਹਿਣੇ ਤੇ ਵਸਤਰਾਂ ਦੀ ਪੰਡ ਜੋ ਬੰਨੀ ਹੋਈ ਸੀ ਲੈ ਕੇ ਉੱਥੇ ਪਹੁੰਚਿਆ ਜਿੱਥੇ ਵਸਤਰਹੀਣ ਇਸ ਦੇ ਜ਼ੁਲਮ ਦਾ ਸ਼ਿਕਾਰ ਹੋਈਆਂ ਬੀਬੀਆਂ ਵਿਚਾਰੀਆਂ ਰੋ ਰਹੀਆਂ ਸਨ। ਤੇ ਪੰਡ ਉਹਨਾਂ ਅੱਗੇ ਸੁੱਟ ਕੇ ਪਿੱਠ ਕਰਕੇ ਖੜ ਗਿਆ ਤੇ ਆਖਿਆ, ਭੈਣੋ ਹੁਣ ਰੋਣ ਤੇ ਡਰਨ ਦੀ ਲੋੜ ਨਹੀਂ, ਜਦੋਂ ਵਸਤਰ ਪਹਿਨ ਲਵੋਗੀਆਂ ਤਾਂ ਦੱਸਣਾ, ਕਿਉਂਕਿ ਮੈਂ ਤੁਹਾਡੇ ਕੋਲੋਂ ਹੱਥ ਜੋੜ ਕੇ ਮਾਫੀ ਮੰਗਣ ਵਾਸਤੇ ਓਨੀ ਦੇਰ ਤੱਕ ਇੱਥੇ ਖੜਾਂਗਾ। ਤਾਂ ਜਦ ਬੀਬੀਆਂ ਨੇ ਗਹਿਣੇ ਤੇ ਵਸਤਰ ਧਾਰਨ ਕਰ ਲਏ ਤੇ ਫਿਰ ਬੋਲੀਆਂ ਕਿ ਵੀਰਿਆ ਇਹ ਕੀ ਕੀਤਾ? ਪਹਿਲਾਂ ਨਿਰਦਈ ਹੋ ਕੇ ਤੂੰ ਸਭ ਕੁਝ ਹੀ ਲੁੱਟ ਕੇ ਲੈ ਗਿਆ, ਸਾਡੇ ਕੱਪੜੇ ਵੀ ਉਤਰਵਾ ਲਏ ਤੇ ਹੁਣ ਗਹਿਣੇ ਵੀ ਤੇ ਕੱਪੜੇ ਦੋਵੇਂ ਹੀ ਵਾਪਸ ਕਰ ਦਿੱਤੇ। ਤਾਂ ਇਹਨੇ ਹੱਥ ਜੋੜ ਕੇ ਕਿਹਾ ਕਿ ਲੁੱਟਣ ਵਾਲਾ ਲੱਖੂ ਧਾੜਵੀ ਸੀ ਜੋ ਨਿਰਦਈ ਸੀ, ਤੇ ਹੁਣ ਇੱਕ ਮਹਾਂਪੁਰਸ਼ ਦਾ ਸੇਵਕ ਦਇਆਵਾਨ ਹੋ ਕੇ ਤੁਹਾਨੂੰ ਵਸਤਰ ਗਹਿਣੇ ਮੋੜ ਰਿਹਾ ਹਾਂ ਤੇ ਜ਼ਿੰਦਗੀ ਭਰ ਲਈ ਬੁਰਾਈਆਂ ਤਿਆਗ ਦਿੱਤੀਆਂ ਨੇ। ਪਹਿਲਾਂ ਮੈਂ ਤੁਹਾਨੂੰ ਰਾਹ ਭੁਲਾ ਕੇ ਸੰਘਣੇ ਜੰਗਲ 'ਚ ਲਿਆਇਆ ਸਾਂ ਤੇ ਇਸ ਜੰਗਲ ਦਾ ਮੈਂ ਭੇਤੀ ਹਾਂ, ਹੁਣ ਤੁਹਾਨੂੰ ਸਿੱਧੇ ਰਸਤੇ ਪਾ ਕੇ ਸੁਰੱਖਿਅਤ ਥਾਂ 'ਤੇ ਪਹੁੰਚਾ ਕੇ ਆਵਾਂਗਾ। ਉਹਨਾਂ ਨੂੰ ਲਿਜਾ ਕੇ ਉਹਨਾਂ ਦੇ ਪਰਿਵਾਰ ਦੇ ਬੰਦਿਆਂ ਪਾ ਛੱਡ ਕੇ ਆਇਆ। ਤਾਂ ਸਾਰੇ ਹੈਰਾਨ ਸਨ ਕਿ ਇੱਕ ਧਾੜਵੀ ਇੰਨੀ ਛੇਤੀ ਕਿਵੇਂ ਬਦਲ ਗਿਆ। ਤਾਂ ਉਹਨੇ ਦੱਸਿਆ ਕਿ ਮੈਨੂੰ ਇੱਕ ਮਹਾਂਪੁਰਖ ਮਿਲਿਆ ਜਿਸ ਨੇ ਮੇਰੀ ਜ਼ਿੰਦਗੀ ਇੱਕ ਮਿਲਣੀ ਦੇ ਵਿੱਚ ਹੀ ਬਦਲ ਕੇ ਰੱਖ ਦਿੱਤੀ ਆ। ਸੰਤ ਸਹਾਈ ਰਾਮ ਕੇ ਕਰ ਕਿਰਪਾ ਦੀਆ ਮਿਲਾਏ, ਸੰਤ ਸਹਾਈ ਪ੍ਰੇਮ ਕੇ ਕਰ ਕਿਰਪਾ ਦੀਆ ਮਿਲਾਏ, ਦੋਵੇਂ ਅੱਖਰ ਨੇ, ਰਾਮ ਕੇ ਤੇ ਪ੍ਰੇਮ ਕੇ। ਪ੍ਰੇਮ ਲਾ ਕੇ ਰਾਮ ਦੇ ਨਾਲ ਮਿਲਾਪ ਕਰਾਉਣ ਲਈ ਸੰਤ ਸਹਾਇਤਾ ਕਰਦੇ ਨੇ। ਇਸੇ ਲਈ 12 ਮਾਝ ਮਹੱਲਾ 5ਵਾਂ ਵਿੱਚ ਸਤਿਗੁਰੂ ਜੀ ਦਾ ਇਹ ਫਰਮਾਨ ਹੈ। ਤਾਂ ਉਹਨਾਂ ਦੇ ਮਨ 'ਤੇ ਵੀ ਗਹਿਰਾ ਅਸਰ ਹੋਇਆ ਕਿ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਜਿਨ੍ਹਾਂ ਦੇ ਕਰਨੀ ਵਾਲੇ ਸਿੱਖ ਇੰਨੇ ਵੱਡੇ ਧਾੜਵੀਆਂ ਨੂੰ ਬਦਲਦੇ ਨੇ, ਉਹਨਾਂ ਦੇ ਦਰਸ਼ਨ ਕਰਨੇ ਚਾਹੀਦੇ ਨੇ। ਇਹ ਹੋ ਨਹੀਂ ਸਕਦਾ ਕਿ ਫਿਰ ਉਹ ਵਿਆਹ ਤੋਂ ਬਾਅਦ ਗੁਰੂ ਜੀ ਦਰਸ਼ਨ ਕਰਨ ਆ ਗਏ ਹੋਣ।
ਜ਼ਰੂਰ ਗਏ ਹੋਣਗੇ, ਕਿਉਂਕਿ ਹੁਣ ਤਾਂ ਵਿਆਹ ਸੀ ਨਾ। ਜਦ ਲੱਖੂ ਭਾਈ ਪ੍ਰਾਣਾ ਜੀ ਦੇ ਕੋਲ ਵਾਪਸ ਗਿਆ ਤੇ ਚਰਨ ਫੜ ਕੇ ਕਹਿਣ ਲੱਗਾ ਕਿ ਮੈਨੂੰ ਆਪਣਾ ਸਿੱਖ ਬਣਾਓ ਜੀ। ਤਾਂ ਭਾਈ ਪ੍ਰਾਣਾ ਜੀ ਨੇ ਕਿਹਾ ਕਿ ਕੋਈ ਵੀ ਗੁਰੂ ਕਾ ਸਿੱਖ ਲੋਕਾਂ ਨੂੰ ਆਪਣੇ ਸਿੱਖ ਨਹੀਂ ਬਣਾਉਂਦਾ ਹੁੰਦਾ, ਤੇ ਜੋ ਆਪਣਾ ਸਿੱਖ ਬਣਾਏ ਉਹ ਗੁਰੂ ਦਾ ਸਿੱਖ ਹੋ ਨਹੀਂ ਸਕਦਾ। ਇਸ ਲਈ ਜੇ ਸਿੱਖ ਬਣਨਾ ਹੀ ਹੈ ਤਾਂ ਫਿਰ ਮੇਰੇ ਨਾਲ ਚੱਲ। ਸਿੱਖੀ ਦੇ ਦਾਤਾ ਗੁਰੂ ਜੀ ਦੇ ਕੋਲੋਂ ਮੈਂ ਤੈਨੂੰ ਸਿੱਖੀ ਦੀ ਦਾਤ ਲੈ ਕੇ ਦਿੰਦਾ। ਤਾਂ ਭਾਈ ਪ੍ਰਾਣਾ ਜੀ ਦੇ ਨਾਲ ਭਾਈ ਲੱਖੂ ਜੀ ਚੱਲ ਕੇ ਗੁਰੂ ਜੀ ਦੇ ਚਰਨਾਂ ਵਿੱਚ ਪਹੁੰਚਿਆ। ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਦੇ ਚਰਨੀ ਪੈ ਗਿਆ। ਤਾਂ ਪਹਿਲਾਂ ਤਾਂ ਸਤਿਗੁਰੂ ਜੀ ਭਾਈ ਪ੍ਰਾਣਾ ਜੀ ਦੇ ਪਰਉਪਕਾਰ ਤੋਂ ਬਹੁਤ ਪ੍ਰਸੰਨ ਹੋਏ ਕਿ ਤੂੰ ਬਹੁਤ ਵੱਡਾ ਪਰਉਪਕਾਰ ਕਰਕੇ ਆਇਆ ਹੈ। ਭਾਈ ਗੁਰਦਾਸ ਜੀ ਨੇ ਲਿਖਿਆ, ਪਰਉਪਕਾਰੀ ਗੁਰੂ ਪਿਆਰੇ। ਗੁਰੂ ਪਿਆਰ ਵਾਲੇ ਹਮੇਸ਼ਾ ਪਰਉਪਕਾਰੀ ਹੁੰਦੇ ਨੇ। ਤਾਂ ਸਤਿਗੁਰੂ ਜੀ ਨੇ ਲੱਖੂ ਦੀਆਂ ਮਾੜੀਆਂ ਆਦਤਾਂ ਛੁਡਾ ਕੇ, ਜਿੰਨੀਆਂ ਲੋਕਾਂ ਦੀਆਂ ਵਸਤੂਆਂ ਚੁਰਾ ਕੇ ਉਹਨੇ ਘਰ ਰੱਖੀਆਂ ਹੋਈਆਂ ਸਨ, ਸਭ ਲੋਕਾਂ ਨੂੰ ਵਾਪਸ ਕਰਵਾ ਦਿੱਤੀਆਂ। ਚਰਨ ਅੰਮ੍ਰਿਤ ਦੇ ਕੇ ਸਿੱਖ ਬਣਾਇਆ, ਨਾਮ ਦੀ ਦਾਤ ਬਖਸ਼ੀ। ਭਾਈ ਲੱਖੂ ਨੇ ਸਿੱਖ ਬਣ ਕੇ 21 ਪਾਠ ਸ੍ਰੀ ਜਪਜੀ ਸਾਹਿਬ ਦੇ ਕਰਨ ਦਾ ਸੰਕਲਪ ਬਣਾ ਲਿਆ ਤੇ ਲਾਹੌਰ ਦੇ ਵਿੱਚ ਨਿਵਾਸ ਕੀਤਾ ਅਤੇ ਪ੍ਰਣ ਕਰ ਲਿਆ ਸੀ ਕਿ ਰੋਟੀ ਉਸ ਮਾਈ ਦੇ ਹੱਥੋਂ ਖਾਣੀ ਹੈ ਜਿਹਨੇ ਸ੍ਰੀ ਜਪਜੀ ਸਾਹਿਬ ਕੰਠ ਕੀਤਾ ਹੋਵੇ। ਅਤੇ ਭਾਈ ਸਾਹਿਬ ਦਾ ਇਤਨਾ ਪ੍ਰਭਾਵ ਪਿਆ ਕਿ ਲਾਹੌਰ ਵਿੱਚ ਰਹਿੰਦੇ ਹਰ ਘਰ ਨੂੰ ਇਹ ਉਤਸ਼ਾਹ ਸੀ ਕਿ ਅਸੀਂ ਇਸ ਮਹਾਂਪੁਰਖ ਨੂੰ ਪ੍ਰਸ਼ਾਦਾ ਛਕਾਈਏ। ਲਾਹੌਰ ਦੀਆਂ ਕਰੀਬ ਸਾਰੀਆਂ ਬੀਬੀਆਂ ਨੂੰ ਸ੍ਰੀ ਜਪਜੀ ਸਾਹਿਬ ਜ਼ਬਾਨੀ ਯਾਦ ਹੋ ਗਿਆ। ਇੰਨਾ ਪ੍ਰਚਾਰ ਹੋਇਆ ਕਿ ਸਾਰੀਆਂ ਬੀਬੀਆਂ ਨਿਤਨੇਮੀ ਬਣ ਗਈਆਂ। ਇਸੇ ਲਾਹੌਰ ਦੇ ਵਿੱਚ ਭਾਈ ਬੁੱਧੂ, ਜੋ ਕਿ ਘੁਮਿਆਰ ਜਾਤ ਦਾ ਗੁਰੂ 'ਤੇ ਭਰੋਸਾ ਰੱਖਣ ਵਾਲਾ ਗੁਰਸਿੱਖ ਰਹਿੰਦਾ ਸੀ, ਆਏ ਗਏ ਸਿੱਖ ਸਾਧ ਦੀ ਸ਼ਰਧਾ ਨਾਲ ਸੇਵਾ ਕਰਦਾ, ਧਰਮ ਕਿਰਤ ਨੂੰ ਸਫਲਿਆਂ ਕਰਦਾ। ਇਸ ਨੇ ਆਪਣੇ ਕਾਰੋਬਾਰ ਨੂੰ ਵਧਾਉਣ ਲਈ ਹਜ਼ਾਰਾਂ ਰੁਪਈਏ ਕਰਜ਼ਾ ਚੁੱਕ ਕੇ ਇੱਟਾਂ ਪਕਾਉਣ ਲਈ ਆਵਾ ਤਿਆਰ ਕੀਤਾ ਸੀ। ਗੁਰਪ੍ਰਤਾਪ ਸੂਰਜ ਗ੍ਰੰਥ ਵਿੱਚ ਬਚਨ ਹੈ ਕਿ ਸਿੱਖੀਅਨ ਕੀ ਬਹੁ ਸੇਵਾ ਕਰ ਰਹੀ। ਇਹ ਜਿਹੜਾ ਭਾਈ ਬੁੱਧੂ ਹੈ, ਇਹ ਸਿੱਖਾਂ ਦੀ ਬਹੁਤ ਭਾਰੀ ਸੇਵਾ ਕਰਦਾ ਹੈ। ਧਰਮ ਕਿਰਤ ਕੀ ਜੀਵਾ ਧਰ ਰਹੀ, ਧਰਮ ਦੀ ਕਿਰਤ ਅਨੁਸਾਰ ਉਪਜੀਵਕਾ ਕਰਦਾ ਹੈ। ਗੁਰੂ ਭਰੋਸੇ ਕਾਰ ਕਰਨ ਦਾ, ਗੁਰੂ ਜੀ ਦੇ ਭਰੋਸੇ 'ਤੇ ਆਪਦਾ ਕਾਰੋਬਾਰ ਕਰਦਾ ਹੈ। ਆਪਣੇ ਸਭ ਕਾਰਜ ਨਿਭਾਉਂਦਾ, ਗੁਰੂ ਭਰੋਸੇ ਆਪਣੇ ਸਾਰੇ ਕਾਰਜ ਨਿਭਾਉਂਦਾ ਹੈ। ਭਾਈ ਬੁੱਧੂ ਜੀ ਨੇ ਇੱਟਾਂ ਦਾ ਆਵਾ ਲਾਇਆ, ਬਹੁਤ ਸਾਰਾ ਧਨ ਖਰਚਿਆ। ਸੈਂਕੜੇ ਬੰਦੇ ਇਸ ਕੰਮਕਾਰ ਲਈ ਲੱਗੇ ਹੋਏ ਸਨ, ਜਿਨ੍ਹਾਂ ਨੂੰ ਸ਼ਾਮ ਦੇ ਵਕਤ ਮਜ਼ਦੂਰੀ ਦਿੰਦਾ ਸੀ। ਕੁਝ ਕੁ ਮਹੀਨਿਆਂ ਵਿੱਚ ਕੱਚੀਆਂ ਇੱਟਾਂ ਦੇ ਚਿਣਨ ਦਾ ਕੰਮ ਸਮਾਪਤ ਹੋਇਆ। ਆਵੇ ਨੂੰ ਅੱਗ ਦੇਣ ਤੋਂ ਪਹਿਲਾਂ ਗੁਰੂ ਜੀ ਦੇ ਚਰਨਾਂ 'ਚ ਪਹੁੰਚਿਆ ਕਿ ਮੇਰਾ ਕਾਰਜ ਨਿਰਵਿਘਨ ਸੰਪੂਰਨ ਹੋਵੇ। ਇਹ ਸੋਚ ਕੇ ਇੱਕ ਰਾਤ ਰਸਤੇ ਵਿੱਚ ਬਤੀਤ ਕੀਤੀ। ਦੂਜੇ ਦਿਨ ਗੁਰੂ ਰਾਮਦਾਸ ਮਹਾਰਾਜ ਦੀ ਨਗਰੀ ਅੰਮ੍ਰਿਤਸਰ ਸਾਹਿਬ ਪਹੁੰਚਿਆ। ਪਹਿਲਾਂ ਖੂਹ 'ਤੇ ਜਲ ਨਾਲ ਇਸ਼ਨਾਨ ਕਰਕੇ ਆਪਦੇ ਸਰੀਰ ਨੂੰ ਪਵਿੱਤਰ ਕੀਤਾ। ਫਿਰ ਅੰਮ੍ਰਿਤ ਸਰੋਵਰ 'ਚ ਇਸ਼ਨਾਨ ਕੀਤਾ। ਫਿਰ ਸਤਿਗੁਰੂ ਜੀ ਦੀ ਅਸੀਸ ਲੈਣ ਲਈ ਸਤਿਗੁਰੂ ਜੀ ਦੇ ਚਰਨ ਕਮਲਾਂ ਦੇ ਮੱਥਾ ਟੇਕਿਆ ਅਤੇ ਭੇਟਾ ਰੱਖੀ। ਬੇਨਤੀ ਕੀਤੀ ਕਿ ਮਹਾਰਾਜ ਅਸੀਸ ਬਖਸ਼ੋ ਤਾਂ ਕਿ ਮੇਰਾ ਆਵਾ ਪੱਕਾ ਨਿਕਲੇ। ਜੋ ਗੁਰੂ ਜੀ ਨੇ ਭਾਈ ਬੁੱਧੂ 'ਤੇ ਕਿਰਪਾ ਦ੍ਰਿਸ਼ਟੀ ਕੀਤੀ, ਕਿਰਪਾ ਭਰੇ ਨੇਤਰਾਂ ਨਾਲ ਤੱਕ ਕੇ ਕਿਹਾ ਕਿ ਗੁਰਸਿੱਖਾਂ ਦੀ ਭਾਵਨਾ ਨਾਲ ਸੇਵਾ ਕਰਨ ਤੋਂ ਇਹ ਕੰਮ ਸਿੱਧ ਹੋਵੇਗਾ। ਤੂੰ ਇੰਝ ਕਰੀਂ, ਘਰ ਵਿੱਚ ਲੰਗਰ ਤਿਆਰ ਕਰਕੇ ਸਿੱਖ ਸੰਗਤਾਂ ਨੂੰ ਛਕਾਉਣ ਨਾਲ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਤੇਰੇ 'ਤੇ ਖੁਸ਼ੀ ਹੋਵੇਗੀ। ਖਿਆਲ ਰੱਖੀ ਕੋਈ ਸਿੱਖ ਭੁੱਖਾ ਨਾ ਮੁੜੇ। ਗੁਰੂ ਜੀ ਦੇ ਚਰਨਾਂ 'ਤੇ ਮੱਥਾ ਟੇਕ ਕੇ 7 ਬਚਨ ਕਹਿੰਦਾ ਹੋਇਆ ਵਾਪਸ ਪਰਤਿਆ।
ਤੇ ਲਾਹੌਰ ਪਹੁੰਚ ਕੇ ਕੱਚੀਆਂ ਇੱਟਾਂ ਨੂੰ ਪਕਾਉਣ ਲਈ ਆਵੇ ਨੂੰ ਅੱਗ ਦਿੱਤੀ ਅਤੇ ਕੁਝ ਦਿਨਾਂ ਬਾਅਦ ਸਤਿਗੁਰੂ ਜੀ ਦਾ ਬਚਨ ਚੇਤੇ ਕਰਕੇ ਕਿ ਮੈਂ ਸਿੱਖਾਂ ਨੂੰ ਲੰਗਰ ਤਿਆਰ ਕਰਕੇ ਛਕਾਵਾਂ, ਜਿਸ ਕਰਕੇ ਮੇਰਾ ਕਾਰਜ ਰਾਸ ਹੋਵੇ ਅਤੇ ਗੁਰੂ ਜੀ ਦੀ ਖੁਸ਼ੀ ਲਵਾਂ, ਫਿਰ ਮੈਂ ਆਵਾ ਖੋਲ੍ਹਾਂਗਾ। ਇਸ ਤਰ੍ਹਾਂ ਗੁਰਾਂ ਦੇ ਬਚਨਾਂ ਅਨੁਸਾਰ ਸਿੱਖ ਸੰਗਤਾਂ ਨੂੰ ਲੰਗਰ ਛਕਾਉਣਾ ਸ਼ੁਰੂ ਕੀਤਾ। ਭੋਜਨ ਵਰਤਨ ਪਿੱਛੋਂ ਭਾਈ ਲੱਖੂ ਜੀ ਆ ਗਏ ਅਤੇ ਭੋਜਨ ਬਾਰੇ ਭਾਈ ਬੁੱਧੂ ਜੀ ਨੂੰ ਕਿਹਾ ਕਿ ਸਿੱਖਾਂ ਨੂੰ ਭੋਜਨ ਛਕਾ ਰਹੇ ਹਾਂ, ਮੈਂ ਵੀ ਗੁਰੂ ਦਾ ਸਿੱਖ ਹਾਂ, ਮੈਨੂੰ ਵੀ ਭੋਜਨ ਛਕਾ। ਇਹਨੇ ਬੇਰੁਖੀ ਨਾਲ ਉੱਤਰ ਦਿੱਤਾ ਕਿ ਤੈਨੂੰ ਫਿਰ ਸਮੇਂ ਸਿਰ ਹੋਣਾ ਚਾਹੀਦਾ ਸੀਗਾ, ਹੁਣ ਤਾਂ ਲੰਗਰ ਵਰਤ ਚੁੱਕਾ ਹੈ। ਭਾਈ ਲੱਖੂ ਉੱਥੇ ਖੜਾ ਰਿਹਾ। ਜਦੋਂ ਪ੍ਰਸ਼ਾਦਾ ਛਕ ਕੇ ਇੱਕ ਸਿੱਖ ਨੇ ਅਰਦਾਸ ਕੀਤੀ ਕਿ ਮਹਾਰਾਜ ਜੀ, ਭਾਈ ਬੁੱਧੂ ਜੀ ਨੇ ਆਪ ਜੀ ਦੀਆਂ ਸੰਗਤਾਂ ਨੂੰ ਪ੍ਰਸ਼ਾਦਾ ਛਕਾਇਆ, ਇਸ ਨੇ ਬੜੇ ਪ੍ਰੇਮ ਨਾਲ ਸੇਵਾ ਕੀਤੀ ਹੈ, ਇਹਦਾ ਆਵਾ ਪੱਕਾ ਨਿਕਲੇ। ਤਾਂ ਭਾਈ ਲੱਖੂ ਜੀ ਅਰਦਾਸ ਦੇ ਵਿੱਚ ਹੀ ਬੋਲ ਪਿਆ, ਕਹਿਣ ਲੱਗਾ, ਹੇ ਸਿੱਖੋ, ਜਿੰਨੀਆਂ ਮਰਜ਼ੀ ਅਰਦਾਸਾਂ ਕਰ ਲਓ, ਬੁੱਧੂ ਦਾ ਆਵਾ ਤਾਂ ਕੱਚਾ ਹੀ ਨਿਕਲੇਗਾ। ਸੁਣ ਸਿੱਖ ਲੱਖੂ ਊਚ ਉਬਾਚਾ, ਬੁੱਧੂ ਰਹੇ ਹੋ ਪਚਾਵਾ ਕਾਚਾ। ਹੀਰ ਸ਼ੁਦਾ ਤਰ ਦੀਏ ਨਾ ਆਹਾਰਾ, ਨੈ ਪਾਕੈ ਪਾਦੋਸ਼ ਉਦਾਰਾ। ਇਹਨੂੰ ਕੋਈ ਭੁੱਖ ਨਹੀਂ ਸੀ, ਕੇਵਲ ਸੰਗਤ ਦੇ ਦਰਸ਼ਨ ਕਰਨ ਦੀ ਭਾਵਨਾ ਨੂੰ ਅਤੇ ਲੰਗਰ ਦੇ ਵਿੱਚ ਪੰਗਤ ਦੇ ਅਸੂਲ ਨੂੰ ਮੁੱਖ ਰੱਖ ਕੇ ਭਾਈ ਬੁੱਧੂ ਦੇ ਘਰ ਆਇਆ ਸੀ ਕਿ ਇਹਨੇ ਗੁਰੂ ਦੇ ਨਾਮ 'ਤੇ ਸੰਗਤਾਂ ਨੂੰ ਬੁਲਾ ਕੇ ਪੰਗਤ ਲਵਾਈ ਹੈ ਅਤੇ ਪੰਗਤ ਵਿੱਚ ਬੈਠ ਕੇ ਮੈਂ ਸੰਗਤ ਦੇ ਨਾਲ ਪ੍ਰਸ਼ਾਦਾ ਪਾਵਾਂਗਾ। ਪਰ ਥੋੜ੍ਹਾ ਲੇਟ ਆਉਣ ਕਰਕੇ ਅਤੇ ਭਾਈ ਬੁੱਧੂ ਨੇ ਇਹਨੂੰ ਅੰਦਰ ਨਾ ਜਾਣ ਦਿੱਤਾ। ਇਹਨੇ ਵਿੱਚ ਹੀ ਆਖਿਆ, ਮਹਾਰਾਜ, ਇਹਨੇ ਤੇਰੇ ਭਾਈ ਲੱਖੂ ਨੂੰ ਭੁੱਖਾ ਰੱਖਿਆ, ਪ੍ਰਸ਼ਾਦ ਨਹੀਂ ਛਕਾਇਆ, ਇਸ ਲਈ ਇਹਦਾ ਆਵਾ ਕੱਚਾ ਰਹੇਗਾ, ਕੱਚਾ ਰਹੇਗਾ, ਕੱਚਾ ਰਹੇਗਾ। ਇਹ ਬਚਨ ਕੀਤਾ ਤੇ ਵਾਪਸ ਮੁੜ ਗਿਆ। ਇਹ ਸੁਣ ਕੇ ਭਾਈ ਬੁੱਧੂ ਨੇ ਕਿਹਾ, ਵੱਡਾ ਆ ਤੂੰ ਸਿੱਖ, ਆਵਾ ਕੱਚਾ ਕਹਿਣ ਵਾਲਾ, ਮੈਨੂੰ ਤਾਂ ਗੁਰੂ ਨੇ ਆਵਾ ਪੱਕਾ ਹੋਣ ਦਾ ਬਚਨ ਦਿੱਤਾ ਪਹਿਲਾਂ ਹੀ, ਤੂੰ ਕੌਣ ਹੁੰਦਾ ਆਵਾ ਕੱਚਾ ਰਹਿਣ ਦਾ ਬਚਨ ਕਰਨ ਵਾਲਾ। ਭੋਜਨ ਛਕਣ ਲਈ ਆਪ ਨਹੀਂ ਪਹੁੰਚਿਆ ਸਮੇਂ ਸਿਰ, ਤੇ ਉਲਟਾ ਕ੍ਰੋਧ ਵਿੱਚ ਆ ਕੇ ਸ਼ਰਾਬ ਮੈਨੂੰ ਦੇ ਰਿਹਾ, ਤੇਰੇ ਵਰਗੇ ਇੱਥੇ ਬਥੇਰੇ ਤੁਰੇ ਫਿਰਦੇ ਨੇ, ਜਾ ਆਪਣਾ ਕੰਮ ਕਰ। ਜਦ ਦੁਬਾਰਾ ਭਾਈ ਲੱਖੂ ਨੇ ਕਿਹਾ ਵੀ ਮੈਂ ਗੁਰੂ ਦਾ ਨਿਮਾਣਾ ਸਿੱਖ ਹਾਂ, ਤੇਰਾ ਆਵਾ ਕੱਚਾ ਰਹੇਗਾ, ਇਹ ਬਚਨ 3 ਵਾਰ ਉਹਨੇ ਕਹਿ ਦਿੱਤੇ। ਭਾਈ ਬੁੱਧੂ ਦੇ ਮਨ ਵਿੱਚ ਭਾਵੇਂ ਸ਼ੰਕਾ ਤਾਂ ਉਸੇ ਵਕਤ ਤੋਂ ਪੈ ਗਈ ਜਦ ਭਾਈ ਲੱਖੂ ਨੇ ਆਵਾ ਕੱਚਾ ਹੋਣ ਦਾ ਵਚਨ ਕੀਤਾ ਸੀ, ਪਰ ਕੁਝ ਦਿਨਾਂ ਬਾਅਦ ਜਦ ਜਾ ਕੇ ਆਵਾ ਦੇਖਿਆ ਤਾਂ ਸੱਚਮੁੱਚ ਹੀ ਨਮੂਨੇ ਮਾਤਰਿਤਾਂ ਇੱਟਾਂ ਕੱਢੀਆਂ, ਜਿੰਨੇ ਨਮੂਨੇ ਮਾਤਰਿਤਾਂ ਇੱਟਾਂ ਕੱਢੀਆਂ ਉਹ ਕੱਚੀਆਂ ਨਿਕਲੀਆਂ, ਮਤਲਬ ਸਾਰਾ ਆਵਾ ਕੱਚਾ ਸੀਗਾ। ਭਾਈ ਬੁੱਧੂ ਬਹੁਤ ਹੈਰਾਨ ਹੋਇਆ ਵੀ ਮਹਾਰਾਜ ਦਾ ਬਚਨ ਪਲਟ ਗਿਆ। ਬਹੁਤ ਜਲਦੀ ਗੁਰੂ ਜੀ ਦੀ ਨਗਰੀ ਅੰਮ੍ਰਿਤਸਰ ਸਾਹਿਬ ਪਹੁੰਚਿਆ ਅਤੇ ਬੇਨਤੀ ਕੀਤੀ ਕਿ ਸਤਿਗੁਰੂ ਜੀ, ਤੁਸੀਂ ਤਾਂ ਖੁਦ ਆਪ ਆਵਾ ਪੱਕਾ ਹੋਣ ਦਾ ਵਰ ਦਿੱਤਾ ਸੀ, ਪਰ ਆਵਾ ਤਾਂ ਕੱਚਾ ਨਿਕਲਿਆ, ਨਫਾ ਤਾਂ ਕੀ ਹੋਣਾ ਸੀ, ਮੇਰਾ ਤਾਂ ਮੂਲ ਵੀ ਚਲਾ ਗਿਆ। ਤੁਹਾਡੇ ਬਚਨਾਂ ਤੋਂ ਬਿਨਾਂ ਮੇਰਾ ਹੋਰ ਕੋਈ ਆਸਰਾ ਨਹੀਂ, ਮੈਂ ਤਾਂ ਕਰਜ਼ਾ ਦਿੰਦਾ ਹੀ ਮਰ ਜਾਵਾਂਗਾ। ਸਤਿਗੁਰੂ ਜੀ ਨੇ ਕਿਹਾ, ਤੂੰ ਗੁਰੂ ਸਿੱਖ ਸੰਗਤਾਂ ਨੂੰ ਭੋਜਨ ਛਕਾਇਆ ਸੀਗਾ? ਭਾਈ ਬੁੱਧੂ ਨੇ ਕਿਹਾ, ਹਾਂ ਮਹਾਰਾਜ ਜੀ, ਆਪ ਜੀ ਦੇ ਕਹੇ ਅਨੁਸਾਰ ਗੁਰਸਿੱਖ ਸੰਗਤਾਂ ਨੂੰ ਲੰਗਰ ਛਕਾ ਕੇ ਸੇਵਾ ਕੀਤੀ ਸੀ। ਗੁਰੂ ਜੀ ਕਹਿਣ ਲੱਗੇ ਕਿ ਸਾਨੂੰ ਲੱਗਦਾ ਹੈ ਕਿ ਤੇਰੇ ਕੋਲੋਂ ਭੋਜਨ ਛਕਾਉਣ ਵੇਲੇ ਕੋਈ ਗਲਤੀ ਹੋਈ ਹੈ, ਯਾਦ ਕਰ ਕਿ ਸਾਰੇ ਸਿੱਖ ਤੇਰੇ ਕੋਲੋਂ ਪ੍ਰਸੰਨ ਹੋ ਕੇ ਗਏ ਸਨ। ਫਿਰ ਭਾਈ ਬੁੱਧੂ ਜੀ ਨੇ ਹੱਥ ਜੋੜ ਕੇ ਕਿਹਾ ਕਿ ਹੋਰ ਤਾਂ ਪ੍ਰਸੰਨ ਹੋ ਕੇ ਛਕ ਗਏ ਸਨ, ਪਰ ਭੋਜਨ ਵਰਤੇ ਤੋਂ ਬਾਅਦ ਇੱਕ ਸਿੱਖ ਆਇਆ ਸੀਗਾ ਜਿਸ ਨੂੰ ਮੈਂ ਭੋਜਨ ਨਹੀਂ ਦਿੱਤਾ। ਉਹਨੇ ਕਿਹਾ ਸੀ ਕਿ ਤੇਰਾ ਆਵਾ ਕੱਚਾ ਰਹੇਗਾ, ਤਾਂ ਮੈਨੂੰ ਜਵਾਬ ਦਿੱਤਾ ਕਿ ਐਸਾ ਕੌਣ ਹੈ ਜੋ ਸਤਿਗੁਰਾਂ ਦਾ ਬਚਨ ਮੇਟੇ? ਇੱਕ ਮੇਰੇ ਕੋਲੋਂ ਭੁੱਲ ਸਮਝੋ ਹੋਈ ਹੈ।
ਪਰ ਹੈਰਾਨੀ ਦੀ ਗੱਲ ਤਾਂ ਸਤਿਗੁਰੂ ਜੀ ਇਹ ਹੈ ਕਿ ਤੁਹਾਡੇ ਬਚਨ ਨੂੰ ਇੱਕ ਸਿੱਖ ਨੇ ਮੋੜ ਦਿੱਤਾ। ਇਹ ਕੀ ਕਾਰਨ ਹੈ? ਤਾਂ ਸਤਿਗੁਰੂ ਜੀ ਨੇ ਕਿਹਾ ਕਿ ਬੁੱਧੂ ਸ਼ਾਹ, ਭਾਈ ਲਖੂ ਦੀ ਲਿਵ ਜੁੜੀ ਹੋਈ ਹੈ। ਉਹ ਹਰ ਰੋਜ਼ 21 ਪਾਠ ਸ੍ਰੀ ਜਪਜੀ ਸਾਹਿਬ ਦੇ ਕਰਨ ਕਰਕੇ ਉਹਦੀ ਰਸਨਾ ਤੇ ਬਰਕਤਾਂ ਹੋ ਗਈਆਂ ਨੇ। ਉਹ ਕੋਈ ਆਮ ਸਿੱਖ ਨਹੀਂ ਹੈ, ਉਹ ਬ੍ਰਹਮ ਗਿਆਨੀ ਭਾਈ ਲਖੂ ਹੈ, ਸਾਡਾ ਪਿਆਰਾ ਸਿੱਖ। ਇਸ ਲਈ ਗੁਰੂ ਨਾਨਕ ਸਾਹਿਬ ਉਹਦੀ ਰਸਨਾ ਦੇ ਵਸਦੇ ਨੇ ਪਾਠ ਕਰਨ ਕਰਕੇ। ਤੇ ਪ੍ਰਮਾਤਮਾ ਦਾ ਮੁੱਢ ਤੋਂ ਹੀ ਇਹ ਸੁਭਾਅ ਚਲਿਆ ਆਉਂਦਾ, ਮੇਰੀ ਬੰਧੀ ਭਗਤ ਛਡਾਵੈ, ਬੰਧ ਹੈ ਭਗਤ ਨਾ ਛੂਟੈ ਮੋਏ, ਏਕ ਸਮੇਂ ਮੋਕੂ ਗਏ ਬੰਧ ਹੈ, ਤੋ ਫੁਨ ਮੋਪੈ ਜਵਾਬ ਨਾ ਹੋਏ। ਪਰ ਹੇ ਬੁੱਧੂ ਸ਼ਾਹ, ਤੂੰ ਵੀ ਭਾਵਨਾ ਧਾਰ ਕੇ ਗੁਰੂ ਸ਼ਰਨ ਵਿੱਚ ਆਇਆ ਤੇ ਗੁਰੂ ਦੀ ਸੰਗਤ ਨੂੰ ਪ੍ਰਸ਼ਾਦਾ ਛਕਾਇਆ। ਇਸ ਲਈ ਪਰਮੇਸ਼ਰ ਸਾਡੇ ਦੁਆਰਾ ਤੇਰੇ ਦੋਵੇਂ ਥਾਂ ਰੱਖੇਗਾ। ਸਿੱਖ ਦਾ ਕੀਤਾ ਬਚਨ ਉਹ ਵੀ ਪੂਰਾ ਹੈ, ਉਹਨੂੰ ਤਾਂ ਅਸੀਂ ਪਲਟਾਵਾਂਗੇ ਨਹੀਂ, ਆਵਾ ਤਾਂ ਰਹੇਗਾ ਕੱਚਾ ਹੀ। ਕਹਿੰਦਾ ਜੀ ਫਿਰ ਮੇਰੇ ਗਰੀਬ ਦੀ ਰੱਖਿਆ ਕਰੋ। ਮਰ ਕਹਿੰਦੀ ਤੇਰੀ ਭਾਵਨਾ ਜੈਸਾ ਕਿ ਦੋਵੇਂ ਥਾਵ ਰੱਖੇ ਗੁਰਸੂਰੇ, ਹਲਤ ਪਲਤ ਪਾਰ ਬ੍ਰਹਮ ਸਵਾਰੇ, ਕਾਰਜ ਹੋਏ ਸਗਲੇ ਪੂਰੇ। ਦੋਵੇਂ ਗੱਲਾਂ ਪੂਰੀਆਂ ਹੋਣਗੀਆਂ, ਤੇਰੀ ਭਾਵਨਾ ਵੀ ਪੂਰੀ ਕਰਦੇ ਆ। ਇੱਟਾਂ ਤਾਂ ਤੇਰੀਆਂ ਆਵੇ ਵਿੱਚੋਂ ਨਿਕਲਣਗੀਆਂ ਕੱਚੀਆਂ ਹੀ, ਉਹਨੂੰ ਤਾਂ ਨਹੀਂ ਆਪਾਂ ਪਕਾਵਾਂਗੇ। ਇਹ ਬਚਨ ਦਾ ਸਿੱਖ ਦਾ ਹੋਵੇਗਾ ਪੂਰਾ, ਪਰ ਵਿਕਣਗੀਆਂ ਪੱਕੀਆਂ ਦੇ ਭਾ। ਤੇਰਾ ਕਰਜ਼ਾ ਲੈ ਜਾਏਗਾ, ਜਾ ਮੌਜਾਂ ਮਾਣ, ਪਰ ਅੱਗੇ ਵਾਸਤੇ ਕਿਸੇ ਸਿੱਖ ਦਾ ਨਿਰਾਦਰ ਨਹੀਂ ਕਰਨਾ। ਗੁਰੂ ਸਿੱਖ, ਸਿੱਖ ਗੁਰੂ ਹੈ। ਕਈ ਵਾਰ ਅਨਭੋਲ ਹੀ ਆਪਾਂ ਕੱਟੜਤਾਈ ਵਿੱਚ ਇਹ ਬੋਲ ਬੈਠਦੇ ਹਾਂ ਕਿ ਆਪਾਂ ਤਾਂ ਜੀ ਗੁਰੂ ਦੇ ਸਿੱਖ ਹਾਂ। ਅਸੀਂ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਹੀ ਮੰਨਦੇ ਹਾਂ, ਗੁਰੂ ਗ੍ਰੰਥ ਸਾਹਿਬ ਤੋਂ ਬਗੈਰ ਕਿਸੇ ਹੋਰ ਨੂੰ ਨਹੀਂ ਮੰਨਦੇ। ਸਾਧੂ ਸੰਤਾਂ ਦੀ ਨਿੰਦਿਆ ਕਰਦੇ ਆ, ਉਹਨਾਂ ਦੀ ਨਿੰਦਿਆ ਦੇ ਪੋਸਟਰ ਲਾ ਕੇ ਗਲਤ ਪ੍ਰਚਾਰ ਕਰਦੇ ਆ। ਜੇ ਇੱਕ ਬੰਦਾ ਮਾੜਾ ਹੋਵੇ, ਇਨਸਾਨ ਹੀ ਹੈ, ਭਾਵੇਂ ਉਹ ਸੰਤ ਹੈ ਭਾਵੇਂ ਸਾਧੂ ਹੈ, ਜੇ ਕੋਈ ਉਹਦੇ ਕੋਲੋਂ ਇੱਕ ਔਗਣ ਹੋ ਗਿਆ, ਗਲਤੀ ਹੋ ਗਈ, ਉਹਦੇ ਪਿੱਛੇ ਸਾਰਿਆਂ ਦੀ ਪੰਡੀ ਕਰੀ ਜਾਣੀ ਹੈ, ਕੋਈ ਸਿਆਣਪ ਨਹੀਂ ਹੈ। ਤੇ ਗੁਰੂ ਘਰ ਦੇ ਵਿੱਚ ਤਾਂ ਸਾਧੂ ਸੰਤਾਂ ਦੀ ਮਹਿਮਾ ਹੁੰਦੀ ਹੈ, ਇੱਥੇ ਉਹਨਾਂ ਦੇ ਨਿੰਦਿਆ ਦੇ ਪੋਸਟਰ ਲਾ ਦੇਣੇ, ਇਹ ਬਹੁਤ ਗਲਤ ਬਾਤ ਹੈ। ਮੈਂ ਕਈ ਵਾਰ ਪਾੜੇ ਨੇ। ਤੇ ਆ ਵੇਖੋ ਕਾਰ ਸੇਵਾ ਵਾਲੇ ਬਾਬੇ ਕਿੰਨੇ ਸੋਹਣੇ ਆ ਮਹੱਲ ਬਣੇ ਹੋਏ ਨੇ, ਇਹ ਬਾਬਿਆਂ ਦੀ ਕਰਾਮਾਤ ਹੀ ਤਾਂ ਹੈ। ਸਾਡੇ ਗ੍ਰਸਤੀਆਂ ਕੋਲੋਂ ਤਾਂ ਆਪ ਦਾ ਘਰ ਨਹੀਂ ਬਣਦਾ, ਤੁਸੀਂ ਦੱਸੋ। ਤੇ ਗੁਰੂ ਮਹਾਰਾਜ ਜੀ ਦੇ ਏਡੇ ਏਡੇ ਵੱਡੇ ਮਹੱਲ ਬਣਾਉਣੇ, ਇਹ ਬੰਦੇ ਦੀ ਗੱਲ ਤਾਂ ਹੈ ਨਹੀਂ, ਮਨੁੱਖ ਦੇ ਵੱਸ ਦਾ ਰੋਗ ਨਹੀਂ ਹੈ। ਇਹ ਤਾਂ ਮਹਾਂਪੁਰਖਾਂ ਦੀ ਕਾਰ ਸੇਵਾ ਹੈ, ਉਹਨਾਂ ਦਾ ਪਰਉਪਕਾਰ ਹੈ। ਤੇ ਬੈਠ ਕੇ ਵੇਖੋ ਆਪਾਂ ਹੀ ਸੁੱਖ ਲੈ ਰਹੇ ਹਾਂ। ਤੋ ਨਿੰਦਿਆ ਕਰਨ ਵਾਲੇ ਖਾਂਦੇ ਵੀ ਇੱਥੋਂ ਨੇ, ਦਰਸ਼ਨ ਮੇਲੇ ਵੀ ਕਰਦੇ, ਮੌਜਾਂ ਵੀ ਮਾਣਦੇ, ਤੇ ਪਰ ਮਹਾਂਪੁਰਖਾਂ ਸਾਧੂ ਸੰਤਾਂ ਦੀ ਨਿੰਦਿਆ ਤੇ ਵਚਨ ਕਰਦੇ, ਜੋ ਕਿ ਸਾਰੀ ਸਿੱਖ ਕੌਮ ਦੀ ਸੋ ਜ਼ਿੰਮੇਵਾਰੀ ਚੁੱਕਦੇ ਨੇ। ਆਪ ਭਾਵੇਂ ਸਾਰੇ ਸੁੱਖ ਤਿਆਗੇ ਹੋਏ ਨੇ, ਪਰ ਸੰਗਤਾਂ ਦੀ ਸੇਵਾ ਵਿੱਚ ਰੁੱਝੇ ਹੋਏ ਨੇ। ਤੋ ਠੀਕ ਹੈ, ਔਗਣ ਸਭਨਾਂ 'ਚ ਹੁੰਦੇ ਨੇ, ਪਰ ਇੱਕ ਦਾ ਔਗਣ ਵੇਖ ਕੇ ਤੇ ਸਾਰਿਆਂ ਨੂੰ ਹੀ ਨਿੰਦਣਾ, ਇਹ ਕੋਈ ਚੰਗੀ ਬਾਤ ਨਹੀਂ। ਤੋ ਇਸ ਲਈ ਗੁਰੂ ਦੇ ਸਿੱਖ ਦਾ ਜਿਹੜਾ ਨਿਰਾਦਰ ਹੈ, ਇਹ ਗੁਰੂ ਜੀ ਦਾ ਨਿਰਾਦਰ ਹੈ। ਗੁਰੂ ਸਿੱਖ, ਸਿੱਖ ਗੁਰੂ ਹੈ, ਜੇ ਕੋ ਇੱਕੋ ਗੁਰ ਉਪਦੇਸ਼ ਚਲਾਏ। ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਬਚਨ ਹੈ, ਵਿੱਚ ਸੰਗਤ ਹਰ ਪ੍ਰਭ ਵਸੈ ਜੀਓ। ਸਿੱਖ ਸੰਗਤਾਂ ਦੇ ਵਿੱਚ ਮੇਰਾ ਵਾਸਾ ਹੈ, ਸਿੱਖ ਪੰਚਨ ਮੈਂ ਮੇਰੋ ਵਾਸਾ, ਪੂਰਨ ਕਰੈ ਧਰੈ ਜੋ ਆਸਾ। ਜੋ ਵੀ ਆਸਾ ਧਾਰਨ ਕਰਦੇ ਨੇ ਉਹ ਸਿੱਖ ਸੰਗਤਾਂ ਕੋਲੋਂ ਅਰਦਾਸ ਕਰਾਉਣ ਤਾਂ ਮੈਂ ਉਹਨਾਂ ਦੀਆਂ ਆਸ ਮੁਰਾਦਾਂ ਨੂੰ ਪੂਰੀਆਂ ਕਰਾਂਗਾ। ਤੋ ਵਾਰ ਦੇ ਵਿੱਚ ਵੀ ਮਹਾਰਾਜ ਦੇ ਐਸੇ ਬਚਨ ਹਨ, ਕਹਿੰਦੇ ਨੇ ਜੇ ਗੁਰਸਿੱਖਾਂ ਪਾਸੋਂ ਕੋਈ ਕੰਮ ਕਰਾਇਆ ਲੋੜੇ, ਤੇ ਜੇ ਕੋਈ ਆਪਦੀ ਮਰਜ਼ੀ ਦੇ ਨਾਲ ਆਪਦੇ ਹੁਕਮ ਮੁਤਾਬਕ ਗੁਰਸਿੱਖਾਂ ਦੇ ਕੋਲੋਂ ਕੋਈ ਆਪਦੇ ਮਤਲਬ ਦਾ
ਮਤਲਬ ਸੇਵਾ ਤੋਂ ਅਲੱਗ ਕੋਈ ਆਪਦਾ ਕੰਮ ਕਰਾਉਣਾ ਚਾਹੇ ਧੱਕੇ ਨਾਲ, ਜ਼ੋਰ ਜ਼ਬਰੀ ਨਾਲ, ਤੇ ਉਹ ਸਤਿਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪ੍ਰਸੰਨਤਾ ਨਹੀਂ ਲੈ ਸਕਦਾ। ਉਹ ਸਤਿਗੁਰੂ ਜੀ ਦੀ ਨਾਰਾਜ਼ਗੀ ਪਾਉਂਦਾ ਹੈ ਕਿ ਕੋਈ ਗੁਰਸਿੱਖਾਂ ਅੰਦਰ ਸਤਿਗੁਰੂ ਵਰਤੈ ਜੁਨ ਕੱਢੇ ਲੱਧੋ ਵਾਰੇ। ਗੁਰਸਿੱਖਾਂ ਦੇ ਅੰਦਰ ਸਤਿਗੁਰੂ ਵਰਤਦਾ ਹੈ। ਫਰੀਦ ਨੇ ਆਖਿਆ, ਫਰੀਦਾ ਖਾਲਕ ਖਲਕ ਮੈਂ, ਖਲਕ ਵਸੈ ਰੱਬ ਮਾਹੇ, ਮੰਦਾ ਕਿਸ ਨੂੰ ਆਖੀਐ ਜਾਂ ਤਿਸ ਬਿਨ ਕੋਈ ਨਾਹੀ। ਤੋ ਇਸ ਲਈ ਕਾਚੀ ਈਂਟ ਪਚਾਵੇ ਜੋਏ, ਬਿਕੈ ਮੋਲ ਪਾਕੀ ਕੇ ਸੋਏ। ਇਹ ਗੁਰਸਿੱਖਾ, ਭਾਈ ਲਖੂ ਦਾ ਬਚਨ ਨਹੀਂ ਆਪਾਂ ਮੋੜਨਾ। ਇੱਟਾਂ ਰਹਿਣਗੀਆਂ ਕੱਚੀਆਂ ਪਰ ਉਹ ਪੱਕੀਆਂ ਦੇ ਭਾਅ ਵਿਕ ਜਾਣਗੀਆਂ। ਰਿਣ ਉਤਰੇ ਅਰ ਨਫਾ ਸੋ ਪਾਵੈ, ਸਿੱਖਣ ਸੇਵੋ ਸੁਖੀ ਰਹਾਵੈ। ਜਿਸ ਤਰ੍ਹਾਂ ਤੂੰ ਪਹਿਲਾਂ ਸਿੱਖਾਂ ਦੀ ਸੇਵਾ ਕਰਦਾ, ਸੰਗਤਾਂ ਦੀ, ਇਸ ਤਰ੍ਹਾਂ ਹੀ ਨਰਮ ਸੁਭਾਅ ਰੱਖ ਕੇ ਆਏ ਗਏ ਸਾਧੂ ਸੰਤ ਸਿੱਖ ਦੀ ਸੇਵਾ ਕਰਨੀ। ਤੇਰਾ ਕਰਜ਼ਾ ਉਤਰ ਜਾਏਗਾ ਤੇ ਤੂੰ ਨਫਾ ਵੀ ਪਾਵੇਂਗਾ। ਇਉਂ ਭਾਈ ਬੁੱਧੂ ਨਿਹਾਲ ਹੋਇਆ, ਸਤ ਬਚਨ ਕਹਿ ਕੇ ਵਾਪਸ ਲਾਹੌਰ ਆ ਗਿਆ। ਕੁਝ ਸਮੇਂ ਮਗਰੋਂ ਆ ਸਾਉਣ ਦੇ ਭਾਦਰੋਂ ਦੇ ਮਹੀਨੇ ਆ ਰਹੇ ਨੇ। ਇਹਨਾਂ ਮਹੀਨਿਆਂ ਦੇ ਵਿੱਚ ਬਾਰਿਸ਼ਾਂ ਬਹੁਤ ਪੈਂਦੀਆਂ ਨੇ, ਜਿਹੜੇ ਆਵੇ ਨੇ ਬੰਦ ਹੋ ਜਾਂਦੇ ਨੇ। ਇੰਨੀ ਬਾਰਿਸ਼ ਪਈ, ਇੰਨੀ ਪਈ ਕਿ ਸੰਮਨ ਬੁਰਜ ਵਾਲੀ ਕੰਧ ਢਹਿ ਗਈ। ਇੱਟਾਂ ਦੀ ਲੋੜ ਪਈ ਤੇ ਸਰਕਾਰੀ ਕਰਮਚਾਰੀ ਸਾਰੇ ਭੱਠਿਆਂ ਦੇ ਫਿਰਨ, ਇੱਟਾਂ ਕਿਤੋਂ ਮਿਲਣ। ਤੇ ਭਾਈ ਬੁੱਧੂ ਜੀ ਦੇ ਕੋਲ ਆਏ ਤਾਂ ਭਾਈ ਬੁੱਧੂ ਜੀ ਦੀਆਂ ਕੱਚੀਆਂ ਇੱਟਾਂ ਨੂੰ ਹੀ ਉਹਨਾਂ ਪੱਕੀਆਂ ਦੇ ਭਾਅ ਖਰੀਦ ਲਿਆ, ਕਿਉਂਕਿ ਨੀਂਹ ਦੇ ਵਿੱਚ ਕੱਚੀਆਂ ਇੱਟਾਂ ਹੀ ਚੱਲ ਜਾਂਦੀਆਂ ਨੇ। ਖਿੰਗਰ ਇੱਟਾਂ, ਕੱਚੀਆਂ ਪਿੱਲੀਆਂ ਸਭ ਚੱਲਦੀਆਂ ਨੇ ਨੀਂਹ ਦੇ ਵਿੱਚ। ਸਾਡੇ ਇੰਡੀਆ ਦੀ ਥਿਊਰੀ ਹੈ ਕਿ ਨੀਂਹ ਦੇ ਵਿੱਚ ਜੋ ਮਰਜ਼ੀ ਭਰ ਦਿਓ, ਕੱਚਾ ਪਿੱਲਾ ਮਾਲ ਜੋ ਸਭ ਚੱਲਦਾ। ਮੈਂ ਬਾਹਰਲੇ ਦੇਸ਼ਾਂ 'ਚ ਵੇਖਿਆ ਵੀ ਉਹ ਨੀਂਹ ਦੇ ਜ਼ੋਰ ਲਾਉਂਦੇ ਨੇ। ਖੂਹਾਂ ਦੇ ਖੂਹ, ਜਿਸ ਤਰ੍ਹਾਂ ਦਰਿਆ ਤੇ ਸਮੁੰਦਰ ਦੇ ਵਿੱਚ ਪੁਲ ਬੰਨੀ ਦਾ, ਇਸ ਤਰ੍ਹਾਂ ਬੋਰ ਕਰ ਕਰਕੇ ਜਿੰਨੀ ਬਿਲਡਿੰਗ ਉੱਚੀ ਚੁੱਕਣੀ ਹੈ ਤੇ ਉਨੀ ਹੀ ਹੇਠਾਂ ਬੋਰ ਕਰਕੇ ਸਰੀਆ ਤੇ ਸੀਮਟ ਪਾ ਕੇ ਪਿੱਲਰ ਹੇਠਾਂ ਕਰਨੇ ਨੇ, ਨੀਂਹ ਪੱਕੀ ਕਰਕੇ। ਤੇ ਉੱਪਰ ਮਿੰਟਾਂ ਸਕਿੰਟਾਂ ਦੇ ਵਿੱਚ ਹੀ ਬਣੀਆਂ ਬਣਾਤੀਆਂ ਕੰਧਾਂ, ਬਣੀਆਂ ਬਣਾਤੀਆਂ ਛੱਤਾਂ ਸਕਰੀਆਂ ਦੇ ਨਾਲ ਜੜ ਕੇ ਤੇ ਚੱਟ ਬਿਲਡਿੰਗ ਸ਼ੀਸ਼ੇ ਸ਼ੂਸ਼ੇ ਲਾ ਕੇ ਤਿਆਰ ਕਰ ਦਿੰਦੇ। ਅਸੀਂ ਨੀਂਹ ਦੇ ਉੱਪਰ ਇੰਨਾ ਖਾਸ ਨਹੀਂ ਧਿਆਨ ਦਿੰਦੇ। ਉੱਪਰ ਬਿਲਡਿੰਗ ਦੇ ਉੱਪਰ ਜ਼ਿਆਦਾ ਲੈਂਟਰ ਨੂੰ ਪੱਕਾ ਕਰਦੇ ਆ, ਉਧਰ ਨੀਂਹ ਨੂੰ ਪੱਕੀ ਕਰਦੇ ਨੇ। ਸੋ ਰਹੋ ਵਿਚਾਰ। ਇਹਨਾਂ ਨੇ ਸੋਚਿਆ ਕਿ ਬਾਰਿਸ਼ਾਂ ਤੋਂ ਨੀਂਹ 'ਚ ਪਾਣੀ ਪਏਗਾ ਤਾਂ ਨੀਂਹ ਤਾਂ ਭਰੀ ਹੈ। ਸਭ ਕੱਚੀਆਂ ਬਿੱਲੀਆਂ ਚੁੱਕ ਕੇ ਲੈ ਗਏ, ਪੱਕੀਆਂ ਦੇ ਭਾਅ ਵੇਚ ਗਈਆਂ, ਡਬਲ ਮੁਨਾਫਾ ਹੋਇਆ। ਇਉਂ ਗੁਰਮੁਖ ਭਾਈ ਪੁਰਾਣਾ ਜੀ ਨੇ ਸਤਿਗੁਰੂ ਮਹਾਰਾਜ ਫਰਮਾਉਂਦੇ ਹਨ, ਗੁਰਮੁਖ ਖੋਟੇ ਖਾਰੇ ਪਛਾਣ। ਗੁਰਮੁਖ ਸੀਗੇ ਭਾਈ ਪੁਰਾਣਾ ਜੀ, ਉਹਨਾਂ ਖੋਟੇ ਧਾੜਵੀ ਲੱਖੂ ਨੂੰ ਭਗਤੀ ਕਰਨ ਵਾਲਾ ਗੁਰਮੁਖ ਹੀ ਬਣਾਤਾ। ਚੰਦਨ ਨਿਕਟ ਸਭ ਚੰਦਨ ਹੋਈਆ। ਚੰਦਨ ਦੇ ਕੋਲ ਸਾਰੇ ਖੜੇ ਬ੍ਰਿਕਸ਼ ਚੰਦਨ ਦਾ ਰੂਪ ਹੋ ਜਾਂਦੇ ਨੇ। ਕਬੀਰ ਜੀ ਨੂੰ ਮਾਤਾ ਕਹਿਣ ਲੱਗੀ, ਤੂੰ ਬੜਾ ਵਿਗੜ ਗਿਆ। ਕਿਵੇਂ ਵਿਗੜ ਗਿਆ ਮਾਤਾ? ਤੂੰ ਸੰਤਾਂ ਦੀ ਸੰਗਤ ਕਰਕੇ ਵਿਗੜ ਗਿਆ। ਕਹਿੰਦਾ, ਹਾਂ ਮਾਤਾ। ਕਬੀਰ ਜੀ ਕੋਈ ਮਾਤਾ ਨੂੰ ਬੇਦਬੀ ਦਾ ਬਚਨ ਨਾ ਕਹਿੰਦੇ। ਕਹਿੰਦੇ, ਸਤ ਬਚਨ ਮਾਤਾ, ਠੀਕ ਮੈਂ ਵਿਗੜ ਗਿਆ, ਪਰ ਵਿਗੜਿਆ ਹੋਇਆ ਕਿਹਨੂੰ ਕਹਿੰਦੇ ਨੇ? ਇਹਦੀ ਡੈਫੀਨੇਸ਼ਨ ਕੀ ਹੈ? ਵਿਗੜੇ ਹੋਏ ਦੀ ਡੈਫੀਨੇਸ਼ਨ ਪਰਿਭਾਸ਼ਾ ਇਹ ਹੈ ਕਿ ਜਿਸ ਤਰ੍ਹਾਂ ਦੀ ਚੀਜ਼ ਪਹਿਲਾਂ ਸੀ ਉਸ ਤਰ੍ਹਾਂ ਦੀ ਨਾ ਰਹੇ, ਉਹ ਬਦਲ ਜਾਏ, ਉਹ ਹੋਰ ਤਰ੍ਹਾਂ ਦੀ ਬਣ ਜਾਏ, ਉਹਨੂੰ ਕਹਿੰਦੇ ਆਪਾਂ ਵਿਗੜੀ ਹੋਈ। ਕਬੀਰ ਜੀ ਕਹਿੰਦੇ ਨੇ ਕਿ ਹਾਂ ਮਾਤਾ ਮੈਂ ਵਿਗੜ ਗਿਆ, ਪਰ ਵਿਗੜ ਕੇ ਮਾੜਾ ਨਹੀਂ ਚੰਗਾ ਬਣਿਆ। ਗੰਗਾ ਕੈ ਸੰਗ ਸਲਤਾ ਵਿਗੜੀ, ਸੋ ਗੰਗਾ ਸੋ ਸਲਤਾ ਗੰਗਾ ਹੋਏ ਨਿਬਰੀ। ਗੰਗਾ ਇੱਕ ਪਵਿੱਤਰ ਨਦੀ ਮੰਨੀ ਗਈ ਹੈ ਹਿੰਦੂ ਮਤ ਵਿੱਚ। ਇਹ ਕਾਮ ਨਦੀ, ਜਿਉਂ ਮੀਂਹ ਉੱਠੈ ਗਲੀਆਂ ਨਾਲੀਆਂ ਟੋਭਿਆਂ ਕਾ ਜਲ ਜਾਏ ਪਵੇ ਵਿੱਚ ਸੁਰਸਰੀ, ਸੁਰਸਰੀ ਮਿਲਤ ਪਵਿੱਤਰ ਪਾਵਨ ਹੋਏ ਜਾਵੇ। ਜਿਵੇਂ ਮੀਂਹ ਪੈਣ ਤੋਂ
ਨਦੀਆਂ ਨਾਲੀਆਂ ਟੋਭਿਆਂ ਦਾ ਜਿਹੜਾ ਜਲ ਹੈ ਗੰਗਾ 'ਚ ਪੈਣ ਤੋਂ ਗੰਗਾ ਦਾ ਹੀ ਰੂਪ ਹੋ ਜਾਂਦਾ, ਪਵਿੱਤਰ ਹੋ ਜਾਂਦਾ। ਲੋਕ ਗੱਗਾ ਜਲ ਕਹਿ ਕੇ ਉਹਨੂੰ ਛਕਦੇ ਨੇ। ਨਦੀਆਂ ਤੇ ਵਾਹ ਪਵਹਿ ਸਮੁੰਦ ਨਾ ਜਾਣੀਐ, ਸਮੁੰਦ ਸਾਹ ਸੁਲਤਾਨ ਗਿਰਹਿ ਸੇਤੀ ਮਾਲ ਧਨ। ਐਨ ਇਸੇ ਤਰ੍ਹਾਂ ਹੀ ਸੋ ਜਿਹੜੇ ਮਾੜੇ ਬੰਦੇ ਨੇ ਉਹ ਚੰਗੇ ਬਣ ਜਾਂਦੇ ਨੇ। ਕਿਵੇਂ ਬਣਦੇ ਨੇ ਉਹ ਦੱਸਦੇ ਹਾਂ। ਕਹਿੰਦੇ ਗੰਗਾ ਕੈ ਸੰਗ ਸਲਤਾ ਬਿਗਰੀ, ਸੋ ਸਲਤਾ ਗੰਗਾ ਹੋਈ ਨਿਬਰੀ। ਬਿਗੜਿਓ ਕਬੀਰਾ ਰਾਮ ਦੁਹਾਈ, ਸਾਚ ਭਇਓਨ ਕਤੇ ਨਾ ਜਾਈ। ਕਬੀਰ ਵਿਗੜ ਗਿਆ ਰਾਮ ਦੀ ਦੁਹਾਈ। ਕਬੀਰ ਜੀ ਕਹਿੰਦੇ ਸੱਚੀ ਗੱਲ ਹੈ, ਮੈਂ ਰੱਬ ਦਾ ਰੂਪ ਬਣ ਗਿਆ, ਹੁਣ ਮੈਂ ਕਿਤੇ ਨਹੀਂ ਜਾਵਾਂਗਾ। ਰਹਾਓ ਚੰਦਨ ਕੈ ਸੰਗ ਤਰਵਰ ਬਿਗਰਿਓ, ਸੋ ਤਰਵਰ ਚੰਦਨ ਹੋਏ ਨਿਬਰਿਓ। ਇੱਕ ਆਮ ਦਰਖਤ ਚੰਦਨ ਦੇ ਬ੍ਰਿਕਸ਼ ਨਾਲ ਲੱਗ ਕੇ ਵਿਗੜ ਗਿਆ, ਯਾਨੀ ਬਦਲਿਆ। ਉਹ ਬਦਲ ਕੇ ਮਾੜਾ ਨਹੀਂ ਬਣਿਆ, ਅੱਗੇ ਤੋਂ ਚੰਗਾ ਬਣ ਗਿਆ। ਚੰਦਨ ਦੀ ਲੱਕੜ ਬਹੁਤ ਕੀਮਤੀ ਹੁੰਦੀ ਹੈ, ਉਹਦੀ ਕੀਮਤ ਵੱਧ ਗਈ। ਇੱਕ ਖਾਸ ਮੌਸਮ ਦੇ ਵਿੱਚ ਖਾਸ ਹਵਾ ਚੱਲਦੀ ਹੈ, ਅਤੇ ਉਸ ਹਵਾ ਦੇ ਸੰਪਰਕ ਦੇ ਵਿੱਚ ਜਦ ਚੰਦਨ ਆਉਂਦਾ ਅਤੇ ਚੰਦਨ ਨਾਲ ਟੱਚ ਕਰਕੇ ਦੂਜੇ ਦਰਖਤਾਂ ਨੂੰ ਲੱਗਦੀ ਹੈ, ਉਹ ਸਾਰਿਆਂ ਨੂੰ ਚੰਦਨ ਬਣਾ ਦਿੰਦੀ। ਇਉਂ ਪਾਰਸ ਕੇ ਸੰਗ ਤਾਂਬਾ ਬਿਗਰਿਓ, ਸੋ ਤਾਂਬਾ ਕੰਚਨ ਹੋਏ ਨਿਬਰਿਓ। ਪਾਰਸ ਇੱਕ ਕੀਮਤੀ ਪੱਥਰ ਹੈ ਜੋ ਆਪਦੇ ਨਾਲ ਸੁਹਾ ਕੇ ਅੱਠਾਂ ਤੱਤਾਂ ਨੂੰ ਸੋਹਣਾ ਬਣਾਉਣ ਦੀ ਸਮਰੱਥਾ ਰੱਖਦਾ। ਇੱਕ ਤਾਂਬਾ ਆਮ ਧਾਤ ਜਿਹਦੀ ਕੋਈ ਬਹੁਤ ਬੜੀ ਕੀਮਤ ਨਹੀਂ, ਉਹ ਪਾਰਸ ਦੇ ਨਾਲ ਲੱਗ ਕੇ ਵਿਗੜ ਗਿਆ ਅਤੇ ਵਿਗੜ ਕੇ ਸੋਨੇ ਦਾ ਹੀ ਰੂਪ ਬਣ ਗਿਆ। ਇਸੇ ਤਰ੍ਹਾਂ ਸੰਤਨ ਸੰਗ ਕਬੀਰਾ ਬਿਗਰਿਓ, ਸੋ ਕਬੀਰ ਰਾਮੇ ਹੋਏ ਨਿਬਰਿਓ। ਐ ਮਾਤਾ, ਮੈਂ ਸੰਤਾਂ ਦੀ ਸੰਗਤ ਕਰਕੇ ਵਿਗੜਿਆ ਜ਼ਰੂਰ ਹਾਂ, ਪਰ ਵਿਗੜ ਕੇ ਬਦਲ ਕੇ ਮੈਂ ਮਾੜਾ ਨਹੀਂ ਬਣਿਆ, ਅੱਗੇ ਤੋਂ ਚੰਗਾ ਬਣ ਗਿਆ। ਸੰਤਾਂ ਨੇ ਮੈਨੂੰ ਆਪ ਦੀ ਸੰਗਤ ਵਿੱਚ ਲਾ ਕੇ ਰਾਮ ਦਾ ਹੀ ਰੂਪ ਬਣਾ ਦਿੱਤਾ। ਰਾਮ ਕਬੀਰ ਹੈ ਭੇਦ ਨਾ ਪਾਈ। ਹੁਣ ਕਬੀਰ ਤੇ ਰਾਮ ਦੇ ਵਿੱਚ ਮੇਰੇ ਭਰਾਵੋ ਕੋਈ ਭੇਦ ਨਹੀਂ ਰਿਹਾ। ਕਬੀਰ ਤੂੰ ਕਰਤਾ ਤੂੰ ਹੁਆ, ਮੈਂ ਨਾ ਆ ਜਾਏ, ਇਸ ਲਈ ਤੂੰ ਅੱਖਰ ਵਰਤਿਆ ਹੈ। ਇਹ ਨਹੀਂ ਆਖਿਆ ਵੀ ਮੈਂ ਰੱਬ ਬਣ ਗਿਆ, ਮੈਂ ਦੇ ਨਾਲ ਹਉਮੈ ਆਉਂਦੀ ਹੈ। ਤੂੰ ਅੱਖਰ ਵਰਤਿਆ, ਗੱਲ ਉਹੀ ਹੈ। कबीर तू करता तू हुआ, मुझ में रहा न हूँ, जब आपा पर का मिट गया, जत देखो तत तू। ਹੁਣ ਮੈਂ ਜਿੱਧਰ ਵੀ ਵੇਖਦਾ ਐ ਪਾਤਸ਼ਾਹ ਤੂੰ ਹੀ ਤੂੰ ਮੈਨੂੰ ਨਜ਼ਰ ਆਉਂਦਾ, ਤੂੰ ਹੀ ਰਹਿ ਗਿਆ, ਕਬੀਰ ਤਾਂ ਰਿਹਾ ਹੀ ਨਹੀਂ। ਕਬੀਰ ਨਾ ਹਮ ਕੀਆ ਨਾ ਕਰਹਿੰਗੇ, ਨਾ ਕਰ ਸਕੈ ਸਰੀਰ, ਜੋ ਕਿਛ ਕੀਆ ਸੋ ਹਰ ਕੀਆ, ਭਇਓ ਕਬੀਰ। ਕਬੀਰ ਕਬੀਰ ਨਾਮ ਹੈ ਤਾਂ ਵੱਡੇ ਦਾ ਵੱਡਾ ਨਾਂ ਹੈ, ਕਹਿੰਦੇ ਨੇ ਪਰਮਾਤਮਾ ਨੂੰ। ਤੂੰ ਮੈਂ ਕਬੀਰ ਥੋੜ੍ਹਾ ਆਪਦੇ ਨਾਮ ਦੀ ਹੰਗਤਾ ਹੀ ਤਿਆਗ ਦਿੱਤੀ। ਅਸੀਂ ਆਪ ਦਾ ਨਾਮ ਨਹੀਂ ਛੱਡਦੇ। ਮੇਰਾ ਨਾਂ ਲੈ ਕੇ ਕੋਈ ਬੁਲਾਏ, ਸਟੇਜ ਤੋਂ ਅਨਾਊਂਸ ਹੋਏ, ਮੈਂ ਬਹੁਤ ਚੰਗਾ ਸਮਝਾਂਗਾ ਕਿ ਵੇਖੋ ਮੇਰਾ ਨਾਂ ਆ ਰਿਹਾ। ਬਾਬੇ ਮੋਹਨ ਦਾ ਨਾਮ ਲੈ ਕੇ ਗੁਰੂ ਸਾਹਿਬ ਜੀ ਨੇ ਸ਼ਬਦ ਉਚਾਰਿਆ, ਮੋਹਨ ਤੇਰੇ ਉੱਚੇ ਮੰਦਰ ਮਹਿਲ ਅਪਾਰਾ। ਮੋਹਨ ਸੋਹਣ ਦੁਆਰ ਜੀਓ ਸੰਤ ਧਰਮਸ਼ਾਲਾ, ਧਰਮਸ਼ਾਲਾ ਅਪਾਰ ਦਇਆਲ ਠਾਕੁਰ ਸਦਾ ਕੀਰਤਨ ਗਾਵਹਿ। ਅਤੇ ਜਦ ਮਹਾਰਾਜ ਨੇ ਇੰਜ ਬਾਬੇ ਮੋਹਨ ਦਾ ਨਾਮ ਲਿਆ ਅਤੇ ਉਹ ਫੁੱਲ ਕੇ ਪਹਾੜ ਬਣ ਗਿਆ। ਵੇਖੋ ਜਿਹੜਾ ਕਿਸੇ ਕੋ ਵੱਲ ਨਹੀਂ ਆਇਆ, ਉਹ ਇੱਕ ਮੋਹਨ ਅੱਖਰ ਸੁਣ ਕੇ ਆਪ ਦਾ ਨਾਂ ਕੰਨਾਂ 'ਚ ਸੁਣ ਕੇ ਝੱਟ ਕੰਨ ਖੜੇ ਕਰ ਲਏ। ਮਾਫ਼ ਕਰਨਾ, ਇਨਸਾਨ ਤਾਂ ਇਨਸਾਨ ਹੀ ਆ, ਭਗਵਾਨ ਨਹੀਂ ਸੀਗਾ। ਬ੍ਰਹਮ ਗਿਆਨੀ ਮਹਾਂਪੁਰਖ ਗੁਰੂ ਕੇ ਵੱਡੇ ਸਾਹਿਬਜ਼ਾਦੇ ਸਾਡੇ ਲਈ ਸਤਿਕਾਰਯੋਗ ਨੇ, ਪਰ ਗੁਰੂ ਨੇ ਪੁੰਜੇ ਬੈਠ ਕੇ ਨਿਮਰਤਾ ਦੇ ਵਿੱਚ ਚੌਂਕੜਾ ਮਾਰ ਕੇ ਸਰੰਦੇ ਨਾਲ ਕੀਰਤਨ ਕੀਤਾ। ਤਾਂ ਮਹਾਰਾਜ ਦੀ ਰਸਨਾ ਦੇ ਵਿੱਚ ਇੰਨਾ ਬਲ ਸੀਗਾ ਵੀ ਉਹ ਬੰਦੇ ਦੀ ਜਾਨ ਖਿੱਚ ਲੈਂਦੇ ਸੀ। ਇੱਕ ਅੱਖਰ ਮੋਹਨ ਹੀ ਆਖਿਆ ਬਸ। ਵੇਖੋ ਧਿਆਨ ਸੀ ਗੁਰੂ ਜੀ ਦਾ, ਵਾਹਿਗੁਰੂ ਜੀ ਦੇ ਚਰਨਾਂ 'ਚ। ਉਹ ਤਾਂ ਰੱਬ ਦੀ ਸਿਫਤ ਕਰ ਰਹੇ ਸੀ ਕਿ ਮੋਹਨ ਤੇਰੇ ਉੱਚੇ ਮੰਦਰ ਮਹਿਲ ਅਪਾਰਾ। ਵਾਹਿਗੁਰੂ ਪਰਮਾਤਮਾ ਨੂੰ ਮੋਹਨ ਕਹਿ ਰਹੇ ਨੇ। ਉਹ ਬਾਬੇ ਮੋਹਨ ਨੇ ਸੋਚਿਆ ਵੀ ਖਬਰਿਆ ਮੇਰਾ ਨਾਂ ਲੈ ਰਹੇ ਨੇ। ਉਹ ਪੋਥੀਆਂ ਲੈ ਕੇ ਬਾਹਰ ਆ ਗਿਆ।
ਰੱਬ ਦੀ ਸਿਫਤ ਕਰਨ ਤੋਂ ਦੁਨੀਆ ਦੇ ਕਾਰਜ ਵੀ ਸੌਰਦੇ ਨੇ। ਸਿਫਤ ਕੀਤੀ ਮਹਾਰਾਜ ਨੇ ਪਰਮਾਤਮਾ ਦੀ, ਕਿਉਂਕਿ ਬਾਣੀ 'ਚ ਕਿਸੇ ਬੰਦੇ ਦੀ ਮਹਿਮਾ ਨਹੀਂ ਹੈ, ਪਰ ਸਾਡੇ ਮਨ ਦੇ ਵਿੱਚ ਆਪਦੇ ਨਾਮ ਦੀ ਪਕੜ ਹੈ। ਨਾਮ ਰਖਾਇਆ ਅਮਰ ਸਿੰਘ, ਇਹ ਥੋੜ੍ਹਾ ਵੀ ਮਰੂਗਾ ਨਹੀਂ। ਕਈਆਂ ਨੇ ਵਾਹਿਗੁਰੂ ਜੀ ਨਾਮ ਰਖਾਇਆ ਹੁੰਦਾ। ਅਤੇ ਆਹ ਸਾਡੇ ਸੁਹਾਣੇ ਇੱਕ ਨਾਨਕ ਹੌਸਪੀਟਲ ਹੀ ਹੈ। ਦੁਨੀਆ ਇੰਨੀ ਕਮਲੀ ਹੋਈ ਪਈ ਹੈ। ਉਹ ਮੋਦੀ ਖਾਨ ਨੇ ਪ੍ਰੋਫਿਟ ਆਪਦਾ ਖੱਟਦੇ ਨੇ, ਦੁਕਾਨਾਂ 'ਤੇ ਲਿਖ ਦਿੱਤਾ ਗੁਰੂ ਨਾਨਕ ਦੀ ਹੱਟੀ। ਉਹ ਬੰਦਾ ਪੁੱਛਣ ਵਾਲਾ ਹੋ ਵੀ ਤੁਸੀਂ ਗੁਰੂ ਨਾਨਕ ਬਣ ਸਕਦੇ ਹੋ? ਜੇ ਮਹਾਰਾਜ ਨੇ ਹੱਟੀ ਕੀਤੀ ਹੈ ਤਾਂ ਕੋਈ ਉਹਨਾਂ ਇਸ ਤਰ੍ਹਾਂ ਸਾਡੇ ਵਾਂਗ ਕੋਈ ਲੋਭ ਲਾਲਚ ਤਾਂ ਨਹੀਂ ਸੀ ਕੀਤਾ। ਜਾਂ ਤਾਂ ਕਿਸੇ ਨੂੰ ਬੰਦਾ ਫਰੀ ਦੇ ਤਾਂ ਫਿਰ ਤਾਂ ਮਹਾਰਾਜ ਦਾ ਨਾਮ ਆਪਾਂ ਵਰਤਦੇ ਚੰਗੇ ਲੱਗਦੇ ਹਾਂ। ਤੂੰ ਟੀਕਾ ਇੱਕ ਲਾਉਣਾ ਰੁਪਈਆ 1000 ਲੈ ਲੈਣਾ, ਸੂਈ ਇੱਕ ਲਾਉਣੀ ਗਲੂਕੋਜ਼ ਦੀ ਤੇ ਆਖਣਾ ਲਿਆ 2500 ਬਣ ਗਿਆ। ਉਹ ਕਾਹਦਾ? ਨਾਨਕ ਹੌਸਪੀਟਲ ਹੈ। ਤੋ ਮਹਾਰਾਜ ਦੇ ਨਾਮ 'ਤੇ ਨਾਮ ਨਹੀਂ ਹੋਣਾ ਚਾਹੀਦਾ, ਜਿੱਥੋਂ ਤੱਕ ਮੇਰਾ ਖਿਆਲ ਹੈ। ਬਾਕੀ ਤੁਹਾਡੇ ਵਿਚਾਰ ਤੁਹਾਡੇ ਨਾਲ ਨੇ, ਮੇਰੇ ਆਪ ਦੇ ਵਿਚਾਰ ਵੱਖਰੇ ਨੇ। ਸੋ ਜ਼ਰੂਰੀ ਨਹੀਂ ਵੀ ਸਾਰੇ ਮੇਰੇ ਵਿਚਾਰਾਂ ਨਾਲ ਸਹਿਮਤ ਹੋਣ। ਪਰਮਾਤਮਾ ਦਾ ਨਾਮ ਪਰਮਾਤਮਾ ਦਾ ਹੀ ਹੈ, ਸਾਡੇ ਨਾਮ ਸਾਡੇ ਹੀ ਨੇ। ਅਸੀਂ ਤਾਂ ਗੁਬਾਰੇ ਭਰੇ ਹੋਏ ਆ, ਮਿੱਟੀ ਦੇ ਪੁਤਲੇ, ਹਵਾ ਦਾ ਗੁਬਾਰਾ ਭਰਿਆ ਹੋਇਆ ਹੈ। ਮਾਟੀ ਕੋ ਪੁਤਰਾ ਕੈਸੇ ਨਚਤ ਹੈ, ਮਹਾਰਾਜ ਨੇ ਮਿੱਟੀ ਦਾ ਪੁਤਲਾ ਆਖਿਆ। ਅਤੇ ਕਹਿੰਦੇ ਮਾਟੀ ਕੋ ਪੁਤਰਾ ਕੈਸੇ ਨਚਤ ਹੈ, ਦੇਖਿਆ ਦੇਖਿਆ ਸੁਣੇ ਬੋਲੇ ਦੌੜਿਓ ਫਿਰਤ ਹੈ। ਦੇਖਦਾ ਸੁਣਦਾ ਬੋਲਦਾ ਦੌੜਿਆ ਫਿਰਦਾ ਹੈ। ਜਬ ਕਛ ਪਾਵੇ ਤਬ ਗਰਵ ਕਰਦਾ ਹੈ। ਭਕਾਨੇ ਦੀ ਤਰ੍ਹਾਂ, ਗੁਬਾਰੇ ਦੀ ਤਰ੍ਹਾਂ H2 ਹਾਈਡਰੋਜਨ ਭਰੀ ਹੋਈ ਹੈ ਅਤੇ ਉੱਡਦਾ ਫਿਰਦਾ ਪੈਸੇ ਦੀ ਹਵਾ ਦੇ ਨਾਲ, ਆਪਦੀ ਜਾਇਦਾਦ ਦੀ ਹਵਾ ਦੇ ਨਾਲ, ਆਪਦੇ ਨਾਮ ਦੀ ਹੰਗਤਾ ਦੇ ਵਿੱਚ ਤੋ ਰਹੋ ਵਿਚਾਰ। ਸਤਿਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਕਿਰਪਾ ਕਰਨ। ਮਹਾਰਾਜ ਨੇ ਆਖਿਆ ਹੋਮੈ ਨਾਮੇ ਨਾਲ ਵਿਰੋਧ ਹੈ, ਦੋਏ ਨਾ ਵਸੈ ਇਕਠਾਏ। ਤੋ ਇੰਝ ਸਾਧ ਸੰਗਤ ਜੀਓ, ਇਹ ਗੁਰਮੁਖਾਂ ਦਾ ਜੀਵਨ ਹੈ। ਪਾਤਸ਼ਾਹ ਜੀ ਫਰਮਾਉਂਦੇ ਹਨ, ਗੁਰਮੁਖ ਖੋਟੇ ਖਰੇ ਪਛਾਣ। ਜਿਹੜੇ ਗੁਰਮੁਖ ਸੀਗੇ ਭਾਈ ਪੁਰਾਣਾ ਸਾਹਿਬ ਜੀ, ਉਹਨਾਂ ਖੋਟੇ ਭਾਈ ਲਖੂ ਧਾੜਵੀ ਨੂੰ ਭਗਤੀ ਕਰਨ ਵਾਲਾ ਗੁਰਮੁਖੀ ਬਣਾ ਦਿੱਤਾ। ਕਬੀਰ ਸਾਹਿਬ ਜੀ ਦਾ ਮੈਂ ਬਚਨ ਸੁਣਾ ਰਿਹਾ ਸੀ ਕਿ ਸੰਤਨ ਸੰਗ ਕਬੀਰਾ ਬਿਗਰਿਓ, ਸੋ ਕਬੀਰ ਰਾਮੈ ਹੋਏ ਨਿਬਰਿਓ। ਕਬੀਰ ਜੀ ਨੇ ਇਹ ਤਾਂ ਕਹਿ ਦਿੱਤਾ ਵੀ ਮੈਂ ਰਾਮ ਦਾ ਰੂਪ ਬਣ ਗਿਆ, ਪਰ ਆਪਦੇ ਨਾਮ ਦੀ ਹੰਗਤਾ ਨਹੀਂ ਕੀਤੀ। ਸੋ ਕਬੀਰ ਅੱਖਰ ਵੀ ਤਿਆਗ ਕੇ ਆਖਿਆ ਵੀ ਕਬੀਰ ਨਾਮ ਹੈ ਪਰਮਾਤਮਾ ਦਾ। ਤੋ ਮੇਰਾ ਨਾਂ ਤਾਂ ਐਵੇਂ ਦੁਨੀਆ ਕਹੀ ਜਾ ਰਹੀ ਹੈ, ਤਾਂ ਰੱਬ ਦਾ ਨਾਮ ਲੈ ਰਹੇ ਨੇ। ਐਸੇ ਗੁਰਮੁਖ ਪਿਆਰਿਆਂ ਦੀ ਸੰਗਤ ਕਰਕੇ ਵੀ ਸਾਰੇ ਗੁਰਮੁਖੀ ਬਣ ਜਾਂਦੇ ਨੇ। ਭਾਈ ਲਖੂ ਧਾੜਵੀ ਜਦੋਂ ਬ੍ਰਹਮ ਗਿਆਨੀ ਬਣ ਗਿਆ ਤੇ ਵੇਖੋ ਲਾਹੌਰ ਦੀਆਂ ਸਾਰੀਆਂ ਮਾਈਆਂ ਨੂੰ ਜੇ ਜਪਜੀ ਸਾਹਿਬ ਕੰਠ ਕਰਾ ਦਿੱਤਾ। ਇਉਂ ਗੁਰਮੁਖਾਂ ਦੀ ਸੰਗਤ ਵੱਧ ਤੋਂ ਵੱਧ ਕਰਨੀ ਚਾਹੀਦੀ ਹੈ। ਕਿਸੇ ਵੀ ਇਨਸਾਨ ਦੀ ਤਰੱਕੀ ਪਿੱਛੇ ਜਿਹੜਾ ਵੀ ਬੰਦਾ ਤੁਹਾਨੂੰ ਚੰਗਾ ਜਾਪਦਾ, ਇਹਦਾ ਬੋਲ ਬੜਾ ਮਿੱਠਾ, ਇਹਦੀ ਰਹਿਣੀ ਬਹਿਣੀ ਬੜੀ ਚੰਗੀ ਹੈ, ਉਹਨੂੰ ਤੁਸੀਂ ਪੁੱਛ ਕੇ ਵੇਖ ਲਿਓ ਵੀ ਤੇਰੀ ਬੈਕਗਰਾਊਂਡ ਪਿੱਛੇ ਕਿਸ ਦਾ ਹੱਥ ਹੈ। ਉਹ ਕਿਸੇ ਮਹਾਂਪੁਰਖ ਦੀ ਸੰਗਤ ਬਾਬਤ ਤੁਹਾਨੂੰ ਜ਼ਰੂਰ ਦੱਸੇਗਾ। ਤੋ ਇਸ ਵਾਸਤੇ ਕਿਸੇ ਦੀ ਵੀ ਤਰੱਕੀ ਪਿੱਛੇ ਸੰਗਤ ਦਾ ਹੱਥ ਹੁੰਦਾ ਹੈ, ਸੰਗਤ ਲਾਜ਼ਮੀ ਹੁੰਦੀ। ਅਤੇ ਜਿਵੇਂ ਛੋਟੀ ਜਿਹੀ ਨਰਮ ਵੇਲ ਹੈ, ਜੇ ਤਾਂ ਉਹਨੂੰ ਟੋਏ ਦੀ ਸੰਗਤ ਹੋ ਜਾਏ ਤਾਂ ਉਹ ਹੇਠਾਂ ਟੋਏ 'ਚ ਚਲੀ ਜਾਂਦੀ। ਜੇ ਉਹਨੂੰ ਦਰਖਤ ਦੀ ਸੰਗਤ ਹੋ ਜਾਏ, ਜਿੰਨਾ ਉੱਚਾ ਦਰਖਤ ਹੋਵੇ ਉਨੀ ਉੱਚੀ ਚੜ੍ਹ ਜਾਂਦੀ ਹੈ। ਸਾਡਾ ਮਨ ਵੇਲ ਦੀ ਤਰ੍ਹਾਂ ਹੈ। ਤੋ ਉਤਮ ਸੰਗਤ ਉਤਮ ਹੋਵੇ। ਉਤਮ ਸੰਗਤ ਨੂੰ ਬੰਦਾ ਉਤਮ ਹੁੰਦਾ ਹੈ। ਇਸ ਲਈ ਕਬੀਰ ਦਾ ਬਚਨ ਹੈ, ਕਬੀਰ ਸੰਗਤ ਕਰੀਏ ਸਾਧ ਕੀ। ਜਦੋਂ ਵੀ ਬੈਠਣਾ ਹੈ ਤਾਂ ਸੰਤਾਂ ਦੇ ਗੋਡੇ ਕੋਲ, ਉਹਨਾਂ ਦੇ ਪੈਰਾਂ 'ਚ ਬੈਠਣਾ ਹੈ। ਕਹਿੰਦੇ ਬਹੀਏ ਪੜ੍ਹਿਆਂ ਪਾਸ। ਅਨਪੜ੍ਹ ਜਿਹੜਾ ਪਹਿਲਾਂ ਹੀ ਵਿਚਾਰ ਅਨਪੜ੍ਹ ਹੈ, ਉਹਦੇ ਕੋਲ ਬਹਿ ਕੇ ਤੁਹਾਨੂੰ ਕੀ ਮਿਲੂਗਾ? ਪੜ੍ਹਿਆਂ ਦੇ ਕੋਲ ਬੈਠੋ। ਪੜ੍ਹੇ ਲਿਖੇ ਅੱਜ ਕੱਲ੍ਹ ਵਾਂਗ ਕੋਈ ਡਾਕਟਰ ਇੰਜੀਨੀਅਰ ਜਾਂ ਇਸ ਤਰ੍ਹਾਂ ਦੀ ਪੜ੍ਹਾਈ ਦੀ ਗੱਲ ਨਹੀਂ ਗੁਰੂ ਜੀ ਨੇ ਕੀਤੀ। ਜਿਹੜੇ ਨਾਮ ਦੀ ਪੜ੍ਹਾਈ ਪੜ੍ਹੇ ਹੋਏ ਨੇ, ਕਾਰ ਸੇਵਾ ਦੀ ਪੜ੍ਹਾਈ ਪੜ੍ਹੇ ਹੋਏ ਨੇ, ਨਿਸ਼ਕਾਮਤਾ ਦੀ ਪੜ੍ਹਾਈ ਪੜ੍ਹੇ ਹੋਏ ਨੇ, ਐਸੇ ਜਿਹੜੇ ਗੁਰਮੁਖਤਾਈ ਵਾਲੀ ਪੜ੍ਹਾਈ ਪੜ੍ਹੇ ਹੋਏ ਨੇ, ਉਹਨਾਂ ਦੇ ਚਰਨਾਂ ਵਿੱਚ ਬੈਠੋ ਅਤੇ ਆਪ ਕਮਾਓ ਅਵਰਾ ਉਪਦੇਸ਼।
ਇਹ ਸਭ ਤੋਂ ਉੱਤਮ ਕਮਾਈ ਹੈ। ਉਤਮ ਸੰਗਤ ਉਤਮ ਹੋਵੇ। ਕਬੀਰ ਸੰਗਤ ਕਰੀਐ ਸਾਧ ਕੀ, ਅੰਤ ਕਰੈ ਨਿਰਵਾਹੋ। ਸਾਗਤ ਸੰਗ ਨਾ ਕੀਜੀਐ, ਜਾਤੇ ਹੋਏ ਬਨਾਹੋ। ਭੁੱਲ ਕੇ ਵੀ ਸਾਗਤਾਂ ਦੀ ਸੰਗਤ ਨਾ ਕਰੋ। ਪੈਲੀ ਨੂੰ ਭਾਵੇਂ ਪਾਣੀ ਲੱਗਾ ਹੋਏ, ਕੱਦੂ ਕੀਤਾ ਹੋਏ ਝੋਨਾ ਲਾਉਣ ਵਾਸਤੇ, ਜਿਹਨੂੰ ਤੁਸੀਂ ਜੀਰੀ ਕਹਿੰਦੇ ਹੋ, ਚਿੱਕੜ ਹੋਇਆ ਹੋਵੇ, ਉਹਦੇ ਵਿੱਚ ਦੀ ਗੋਡੇ ਗੋਡੇ ਤੱਕ ਆਪਦੀਆਂ ਲੱਤਾਂ ਲਪੇਟ ਲਓ, ਪਰ ਸਾਗਤ ਬੰਦੇ ਦੀ ਪੱਕੀ ਸੜਕ ਛੱਡ ਕੇ ਪਾਸੇ ਹੋ ਜਾਓ, ਲਾਂਬੇ ਹੋ ਜਾਓ। ਉਹਦਾ ਕੋਈ ਪਤਾ ਨਹੀਂ ਵੀ ਉਹ ਜਾਂਦੇ ਆ ਵਾਕਿਆ ਤੁਹਾਨੂੰ ਕਿਹੜੀ ਗੱਲ ਕਰਕੇ ਤੁਹਾਡਾ ਮਨ ਵਿਗਾੜ ਜਾਏ। ਕੋਲ ਬਹਿਣਾ ਤਾਂ 90 ਦਾ ਘਾਟਾ, ਉਹਦਾ ਰਾਹ ਹੀ ਛੱਡ ਦਿਓ, ਉਹਦੇ ਰਸਤੇ ਹੀ ਨਾ ਬਹੁ। ਮਾੜੇ ਬੰਦੇ ਨੂੰ ਮਾੜਾ ਕਹਿਣ ਤੋਂ ਵੀ ਗੁਨਾਹ ਹੁੰਦਾ ਹੈ, ਨੁਕਸਾਨ ਹੁੰਦਾ, ਮਾੜਾ ਵੀ ਨਾ ਕਹੋ। ਤੇ ਇਸ ਵਾਸਤੇ ਆਪ ਦਾ ਰਸਤਾ ਵੱਖਰਾ ਬਣਾ ਲਓ, ਕਿਉਂਕਿ ਰੱਬ ਦੇ ਬੰਦੇ ਜਿਸ ਤਰ੍ਹਾਂ ਦੇ ਸੁਭਾਅ ਮਹਾਰਾਜ ਨੇ ਬਣਾਏ ਨੇ, ਉਹ ਵਾਹਿਗੁਰੂ ਵੱਲੋਂ ਹੀ ਨੇ, ਆਪਾਂ ਕਿਸੇ ਨੂੰ ਸੁਧਾਰ ਨਹੀਂ ਸਕਦੇ। ਤੋ ਜਿਹੜੇ ਗੁਰੂ ਨਾਨਕ ਸਾਹਿਬ ਦੇ ਕੋਲੋਂ ਨਹੀਂ ਮੰਨੇ, ਦੱਸੋ ਸਾਡੀ ਸਿੱਖਿਆ ਨੂੰ ਕੀ ਮੰਨਣਗੇ? ਇਸ ਲਈ ਸਾਡੇ 'ਚ ਇੰਨੀ ਤਾਕਤ ਨਹੀਂ ਹੈ, ਅਸੀਂ ਆਪ ਦਾ ਵੀ ਸੁਧਾਰ ਲਈਏ, ਇੰਨਾ ਹੀ ਬਹੁਤ ਹੈ। ਕਿਉਂ ਕਿਸੇ ਦੇ ਭਲੇ ਦੀ ਕੋਸ਼ਿਸ਼ ਕਰਦੇ ਹਾਂ ਤੇ ਆਪ ਦਾ ਹੀ ਜੀਵਨ ਖਰਾਬ ਕਰ ਬੈਠਣਾ ਕੋਈ ਸਿਆਣਪ ਨਹੀਂ। ਕਬੀਰ ਜੀ ਨੇ ਕਿਹਾ ਵੀ ਕਬੀਰ ਸਾਖਤ ਸੰਗ ਨਾ ਕੀਜੀਏ। ਅਸੀਂ ਇੰਨੇ ਚੰਗੇ ਨਹੀਂ ਕਿ ਦੂਜੇ ਨੂੰ ਆਪਦੇ ਪ੍ਰਭਾਵ ਹੇਠ ਲਿਆ ਕੇ ਚੰਗਾ ਬਣਾ ਸਕੀਏ, ਇਸ ਲਈ ਆਪ ਦਾ ਬਚਾਓ। ਕਬੀਰ ਸਾਖਤ ਸੰਗ ਨਾ ਕੀਜੀਏ, ਦੂਰਾਂ ਜਾਈਏ ਭਾਗ ਭਾਜੀ ਜਾਓ। ਗੱਲ ਸੁਣੋ ਹੀ ਨਾ, ਕਿਨਾਰਾ ਹੀ ਕਰ ਜਾਓ। ਦੂਰ ਜਾਈਏ ਭਾਗ ਬਾਸਨ ਕਾਰੋ ਪਰਸੀਆ, ਤਉ ਕਛ ਲਾਗੇ ਦਾਗ। ਇਹ ਕਬੀਰ ਜੀ ਤੁਸੀਂ ਇੰਨਾ ਕਿਉਂ ਡਰਦੇ ਪਏ ਹੋ? ਕਬੀਰ ਜੀ ਕਹਿੰਦੇ ਕਿ ਕਾਲੇ ਭਾਂਡੇ ਕੋਲ ਪਹੁੰਚਣ ਦੇ ਜਿੰਨਾ ਮਰਜ਼ੀ ਬਚਾ ਕਰੋ, ਚਿੱਟੇ ਚੋਲੇ ਨੂੰ ਥੋੜ੍ਹੀ ਬਹੁਤੀ ਕਾਲਖ ਲੱਗੀ ਜਾਂਦੀ ਹੈ, ਲੇਥਨ ਨੂੰ ਪਲੇਥਨ ਲੱਗ ਹੀ ਜਾਂਦਾ, ਕਾਲਖ ਲੱਗੀ ਜਾਂਦੀ ਹੈ। ਇਸ ਵਾਸਤੇ ਦਾਗ ਲੱਗਣ ਤੋਂ ਬਚਾਓ। ਆਪ ਦਾ ਚੋਲਾ ਚਿੱਟਾ ਰੱਖੋ, ਮਾੜੀ ਮੋਟੀ ਛਿੱਟ ਪੈ ਗਈ ਚੱਕੜ ਦੀ, ਫਿਰ ਤੁਰੇ ਫਿਰੋਂਗੇ। ਤੋ ਇਸ ਵਾਸਤੇ ਆਪ ਦਾ ਬਚਾਓ। ਗੁਰ ਸਾਗਰ ਰਤਨੀ ਭਰਪੂਰੇ, ਅੰਮ੍ਰਿਤ ਸੰਤ ਚੁਗੇ ਨਹੀਂ ਦੂਰੇ। ਹਰ ਰਸ ਚੋਕ ਚੁਗੇ ਪ੍ਰਭਾਵੈ, ਸਰਵਰ ਮੈਂ ਹੰਸ ਪ੍ਰਾਨ ਪਦ ਪਾਵੈ। ਕਿਆ ਕਿ ਬਕ ਬਪੜਾ ਛਪੜੀ ਨਾਏ, ਕੀਚੇ ਡੁੱਬੇ ਮੈਲ ਨਾ ਜਾਏ। ਇਹਦੇ ਵਿੱਚ ਇਹ ਪੰਗਤੀ ਆ, ਰੱਖ ਰੱਖ ਚਰਨ ਧਰੇ ਵਿਚਾਰੀ, ਦੁਬਦਾ ਛੋੜ ਪਏ ਨਿਰੰਕਾਰੀ। ਦੁਨੀਆ ਦੇ ਵਿਕਾਰਾਂ ਰੂਪੀ ਨਿੰਦਿਆ ਰੂਪੀ ਚੱਕੜ ਤੋਂ ਆਪ ਦਾ ਬਚਾ ਕਰੋ ਤੇ ਸੋਚ ਵਿਚਾਰ ਕੇ ਕਦਮ ਰੱਖੋ, ਜਿਸ ਦੇ ਨਾਲ ਤੁਹਾਡਾ ਭਲਾ ਹੋਵੇ। ਇਉਂ ਸੋ ਲੱਗਦੀ ਬਾਏ ਬੁਰੀ ਸੰਗਤ ਤੋਂ ਬਚ ਕੇ ਰਹੋ। ਕਹਿੰਦੇ ਬੁਰੀ ਸੰਗਤ ਡੋਬਦੀ ਬੇੜੇ, ਗੁਰਮੁਖਾਂ ਦੀ ਸੰਗਤ ਨਾਲ ਆਪਦੇ ਜੀਵਨ ਨੂੰ ਉੱਚਾ ਚੁੱਕੋ। ਪਾਤਸ਼ਾਹ ਜੀ ਫਰਮਾਨ ਕਰਦੇ ਹਨ, ਗੁਰਮੁਖ ਖੋਟੇ ਖਰੇ ਪਛਾਣ। ਜਿਹੜੇ ਗੁਰਮੁਖ ਹਨ ਉਹ ਖੋਟਿਆਂ ਨੂੰ ਆਪਦੀ ਉੱਤਮ ਸੰਗਤ ਵਿੱਚ ਜੋੜ ਕੇ, ਉੱਤਮ ਸੰਗਤ ਕਿਹੜੀ ਹੈ? ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਬਾਣੀ ਦੀ ਕਥਾ ਕੀਰਤਨ ਸੁਣਾ ਕੇ ਤੇ ਉਹ ਗੁਰਮੁਖਾਂ ਵਜੋਂ ਪਹਿਚਾਣ ਕਰਵਾ ਦਿੰਦੇ ਨੇ। ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ, ਜਿਨ੍ਹਾਂ ਦੇ ਮੈਂ ਦਰਸ਼ਨ ਨਹੀਂ ਕੀਤੇ। ਮਹਾਂਪੁਰਖ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਦੇ ਦਰਸ਼ਨ ਕੀਤੇ ਨੇ। ਮੁਕਤਸਰ ਸਾਹਿਬ ਦੀਆਂ ਪਰਿਕਰਮਾਂ ਦੇ ਵਿੱਚ ਜਦ ਸੰਤ ਤੁਰਦੇ, ਇੱਕ ਤਾਂ ਕੱਦ ਉੱਚਾ ਲੰਮਾ, ਇੱਕ ਸੋਹਣਾ ਸੁਨੱਖਾ ਜਵਾਨੀ ਵਾਲਾ ਸਰੀਰ, ਤੇ ਇੱਕ ਅੱਖਾਂ ਦੇ ਵਿੱਚ ਬੜੀ ਨਿਮਰਤਾ, ਬੜੀ ਲਜਿਆ, ਬੜਾ ਹੀ ਸਹਿਜ ਭਾਵ, ਬੜਾ ਹੀ ਨਾਮ ਦਾ ਬਾਣੀ ਦਾ ਸਰੂਰ, ਤੇ ਸ੍ਰੀ ਜਿਹੜੇ ਜਵਾਨ ਮਗਰ ਸਿੰਘ, ਤੇ ਬਾਣੀ ਪੜ੍ਹਦੇ, ਕਥਾ ਕੀਰਤਨ ਕਰਦੇ, ਬਹੁਤ ਅੱਛੇ ਲੱਗਦੇ, ਵੇਖਣ ਵਾਲਾ ਖਿੱਚਿਆ ਜਾਂਦਾ। ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਦੀ ਜੀਵਨ ਦੀ ਗਾਥਾ, ਤੇ ਉੱਥੇ ਮਹਾਂਪੁਰਖ ਪਰਿਕਰਮਾ 'ਚ ਤੁਰੇ ਜਾ ਰਹੇ ਜੇ, ਕਥਾ ਕਰਨੀ ਸੀਗੀ। ਇੱਕ ਗੁਰਮੁਖ ਪਿਆਰਾ ਜਿਹੜਾ ਸਿਰੋਂ ਮੋਨਾ ਸੀਗਾ, ਤੇ ਆਮ ਮਨੁੱਖ ਉਹ ਮੱਥਾ ਟੇਕਣ ਕਿਤੇ ਗੁਰਦੁਆਰੇ ਆਇਆ ਹੋਊਗਾ, ਸੰਤਾਂ ਨੂੰ ਵੇਖਿਆ ਤੇ ਉਹਨੇ ਪੈਰੀਂ ਹੱਥ ਲਾ ਕੇ ਤੇ ਮੱਥਾ ਟੇਕ ਦਿੱਤਾ। ਮਹਾਂਪੁਰਖ ਟਕਸਾਲ ਦੇ ਉਹ ਆਪਦੇ ਪੈਰੀਂ ਹੱਥ ਨਹੀਂ ਲਵਾਉਂਦੇ, ਨਾ ਮੱਥਾ ਟਿਕਾਉਂਦੇ ਨੇ, ਇਹ ਉਹਨਾਂ ਦਾ ਸੁਭਾਅ ਹੈ।
ਬਲਕਿ ਸੰਤਾਂ ਦੇ ਚਰਨਾਂ 'ਤੇ ਹੱਥ ਲਾਉਣ ਦਾ ਜਾਂ ਮੱਥਾ ਟੇਕਣ ਦਾ ਕੋਈ ਪਾਪ ਜਾਂ ਗੁਨਾਹ ਨਹੀਂ ਹੁੰਦਾ, ਕਿਉਂਕਿ ਇਹ ਮਹਾਰਾਜ ਸੱਚੇ ਪਾਤਸ਼ਾਹ ਦਾ ਰੂਪ ਹੁੰਦੇ ਨੇ, ਪਰ ਉਹ ਆਪ ਦੀ ਪੂਜਾ ਨਹੀਂ ਕਰਾਉਂਦੇ, ਉਹਨਾਂ ਦਾ ਸੁਭਾਅ ਹੈ। ਤੋ ਜਿਸ ਵਕਤ ਉਹਨੇ ਪੈਰੀਂ ਹੱਥ ਲਾਇਆ ਅਤੇ ਮੱਥਾ ਟੇਕਿਆ ਤਾਂ ਸਾਧ ਸੰਗਤ ਜੀਓ ਮਹਾਂਪੁਰਖਾਂ ਨੇ ਉਹਨੂੰ ਮੋਢਿਆਂ ਤੋਂ ਫੜਿਆ ਅਤੇ ਮੋਢਿਆਂ ਤੋਂ ਫੜ ਕੇ ਜੱਫੀ ਪਾ ਲਈ, ਘੁੱਟ ਕੇ ਗਲਵੱਕੜੀ ਪਾ ਲਈ। ਆਖਿਆ ਵੀ ਤੂੰ ਮਹਾਰਾਜ ਦੀ ਬੇਅਦਬੀ ਕਰ ਰਿਹਾ, ਗੁਰੂ ਸਾਹਿਬ ਦੀਆਂ ਪਰਿਕਰਮਾ ਦੇ ਵਿੱਚ ਮੇਰੇ ਪੈਰੀਂ ਹੱਥ ਲਾਉਣਾ ਮੁਨਾਸਬ ਨਹੀਂ ਹੈ, ਅਤੇ ਮੱਥਾ ਮੈਨੂੰ ਨਹੀਂ ਟੇਕਣਾ, ਮੱਥਾ ਤਾਂ ਮਹਾਰਾਜ ਨੂੰ ਟੇਕਣਾ। ਜਦ ਗਲਵੱਕੜੀ ਪਾਈ ਅਤੇ ਸਿੰਘਾਂ ਨੇ ਗੁੱਸਾ ਕੀਤਾ ਵੀ ਸੰਤ ਜੀ ਮਹਾਰਾਜ ਤੁਸੀਂ ਤਾਂ ਇੰਨੀ ਰਹਿਤ ਰੱਖਦੇ ਹੋ, ਨਹਾ ਧੋ ਕੇ ਚਿੱਟਾ ਚੋਲਾ ਪਾਇਆ ਹੋਇਆ, ਜੇ ਕਥਾ ਕਰਨੀ ਮਹਾਰਾਜ ਦੀ ਹਜ਼ੂਰੀ ਸੁੱਚੇ ਕੱਪੜਿਆਂ ਨਾਲ ਜਾਈਦਾ, ਇਹ ਬੰਦੇ ਨੇ ਪਤਾ ਨਹੀਂ ਤੰਬਾਕੂ ਖਾਧਾ, ਪਤਾ ਨਹੀਂ ਰਾਤ ਸ਼ਰਾਬ ਪੀ ਕੇ ਸੁੱਤਾ ਹੋਊਗਾ, ਹੈ ਕਿਸ ਤਰ੍ਹਾਂ ਦਾ, ਕੱਪੜੇ ਲੀੜੇ ਕਿਸ ਤਰ੍ਹਾਂ ਦੇ, ਤੁਸੀਂ ਆਪ ਦੇ ਅੰਗਾਂ ਨੂੰ ਛੁਆ ਲਿਆ। ਅਤੇ ਪਰ ਮਹਾਂਪੁਰਖਾਂ ਬੜਾ ਪਿਆਰ ਕੀਤਾ। ਸਾਧ ਸੰਗਤ ਜੀਓ ਉਹ ਇੱਕ ਬਲੈਕੀਆ ਸੀਗਾ, ਬਾਰਡਰ ਦੇ ਏਰੀਏ 'ਚ ਉਹਦਾ ਘਰ ਸੀਗਾ, ਫੀਮ ਲਿਆ ਕੇ ਵੇਚਣੀ। ਅਤੇ ਜਿਉਂ ਹੀ ਮਹਾਂਪੁਰਖਾਂ ਨੇ ਉਹਨੂੰ ਆਪ ਦਾ ਹੱਥ ਛੁਹਾਇਆ, ਉਹ 'ਤੇ ਇੰਨੀ ਕਿਰਪਾ ਹੋਈ, ਕਹਿਣ ਲੱਗਾ ਜੀ ਆਪਣੇ ਨਾਲ ਹੀ ਰੱਖ ਲਓ। ਮਹਾਂਪੁਰਖ ਕਹਿਣ ਲੱਗੇ ਵੀ ਮੋਨਾ ਬੰਦਾ ਤਾਂ ਰਹਿੰਦਾ ਨਹੀਂ, ਕੇਸ ਰੱਖੋ, ਕਹਿੰਦੇ 7 ਬਚਨ ਜੀ। ਫਿਰ ਕਹਿੰਦੇ ਤੂੰ ਤੰਬਾਕੂ ਤਾਂ ਨਹੀਂ ਖਾਂਦਾ? ਕਹਿੰਦਾ ਜੀ ਹਾਂ। ਕਹਿੰਦੇ ਤੰਬਾਕੂ ਛੱਡ ਦੇ, ਜੋ ਫੀਮ ਪੋਸਤ, ਕਹਿੰਦੇ ਮੈਂ ਤਾਂ ਕੁਝ ਨਹੀਂ ਛੱਡਦਾ ਜੀ। ਅਤੇ ਸੰਤ ਕਹਿਣ ਲੱਗੇ ਵੀ ਜੇ ਸੰਗਤ 'ਚ ਰਹੀਦਾ ਹੈ, ਅਸੀਂ ਤਾਂ ਚਾਹ ਵੀ ਨਹੀਂ ਪੀਣ ਦਿੰਦੇ, ਚਾਹ ਵੀ ਇੱਕ ਨਸ਼ਾ ਹੁੰਦਾ, ਅਤੇ ਇਸ ਲਈ ਇਹਦਾ ਵੀ ਤਿਆਗ ਕਰਨਾ। ਕਹਿੰਦੇ ਜੀ 7 ਬਚਨ, ਕਹਿੰਦੇ ਅੰਮ੍ਰਿਤ ਛਕਣਾ ਪਊਗਾ, ਕਹਿੰਦੇ ਜੀ 7 ਬਚਨ। ਸਾਧ ਸੰਗਤ ਜੀ ਉਹ ਸਿੰਘ ਇੰਨਾ ਚੜ੍ਹਦੀ ਕਲਾ ਵਾਲਾ ਹੋਇਆ, ਉਹਦਾ ਨਾਂ ਸੀ ਭਾਈ ਦਲਬੀਰ ਸਿੰਘ ਅਭਿਆਸੀ। ਅਤੇ ਇੱਕ ਵਾਰ ਡਾਕਟਰ ਨਾਭਾ ਸਾਹਿਬ ਤੁਹਾਡੇ ਕੋਲ ਹੀ ਹੈ, ਜਿੱਥੇ ਦਰਗਾਹੀ ਸ਼ਾਹ ਫਕੀਰ ਦੀ ਸਮਾਧ ਹੈ, ਗੁਰੂ ਤੇਗ ਬਹਾਦਰ ਮਹਾਰਾਜ ਦਾ ਪਾਵਨ ਸੀਸ ਭਾਈ ਜੈਤਾ ਜੀ ਨੇ ਲਿਆਂਦਾ, ਅਤੇ ਦਰਗਾਹੀ ਸ਼ਾਹ ਫਕੀਰ ਦੀ ਝੌਂਪੜੀ 'ਚ ਰੱਖ ਕੇ ਨਹਾ ਧੋ ਕੇ ਇਸ਼ਨਾਨ ਕਰਕੇ ਕਿਰਿਆ ਸੋਧੀ। ਮਹਾਰਾਜ ਦੇ ਚਰਨ ਪਏ, ਗੁਰਦੁਆਰਾ ਸਾਹਿਬ ਬੜਾ ਸੋਹਣਾ ਬਣਿਆ ਹੋਇਆ, ਅਤੇ ਬੜੀ ਪੁਰਾਣੀ ਸੰਗਤ ਇੱਥੇ ਆਉਂਦੀ ਹੈ। ਇੱਥੇ ਸੀ ਮਹਾਂਪੁਰਖ ਬਾਬਾ ਜਰਨੈਲ ਸਿੰਘ ਜੀ ਖਾਲਸਾ, ਅਤੇ ਸਿਹਤ ਢਿੱਲੀ ਹੋਣ ਤੋਂ, ਕਿਉਂਕਿ 7-7 8-8 ਵਾਰ ਕਥਾ ਕਰਨੀ, ਕਿੰਨਾ ਪ੍ਰਚਾਰ, ਡਾਕਟਰ ਨੂੰ ਬੁਲਾਇਆ। ਜਦ ਉਹਨੇ ਚੈੱਕਅਪ ਕੀਤਾ, ਕਹਿੰਦਾ ਸੰਤ ਜੀ ਤੁਸੀਂ ਰੋਟੀ ਨਹੀਂ ਖਾਂਦੇ ਅਤੇ ਸੌਂਦੇ ਨਹੀਂ, ਨੀਂਦ ਪੂਰੀ ਲਿਆ ਕਰੋ ਅਤੇ ਖਾਇਆ ਕਰੋ, ਆਪ ਦੀ ਸਿਹਤ ਦਾ ਖਿਆਲ ਰੱਖੋ। ਕਹਿੰਦੇ ਅੱਛਾ ਜੀ ਰੱਖਾਂਗੇ। ਡਾਕਟਰ ਸਾਹਿਬ ਉਹ ਜਿਹੜਾ ਸਿੰਘ ਹੈ ਉਹਨੂੰ ਭਲਾ ਵੇਖੋ, ਉਹਦਾ ਚੈੱਕਅਪ ਕਰੋ। ਤਾਂ ਭਾਈ ਦਲਬੀਰ ਸਿੰਘ ਦਾ ਚੈੱਕਅਪ ਕਰਾਇਆ, ਡਾਕਟਰ ਕਹਿੰਦਾ ਵੀ ਸਹੀ ਸਲਾਮਤ ਹੈ, ਇਹਨੂੰ ਕੋਈ ਬਿਮਾਰੀ ਨਹੀਂ, ਤੰਦਰੁਸਤ ਹੈ। ਕਹਿਣ ਲੱਗੇ ਵੀ ਮੈਂ ਤਾਂ ਪ੍ਰਸ਼ਾਦਾ ਛਕਦਾ, ਭਾਵੇਂ ਅੱਧਾ ਛਕਾਂ, ਦੁੱਧ ਪਾਣੀ ਆਦਿਕ ਗ੍ਰਹਿਣ ਕਰਦਾ, ਸੌਂਦਾ ਜ਼ਰੂਰ ਹਾਂ, ਭਾਵੇਂ 2 ਘੰਟੇ ਲੇਟਾ, ਪਰ ਇਹ ਸਿੰਘ ਕਰੂਗਾ ਤਾਂ ਗੁੱਸਾ। ਕਿਸੇ ਦੀ ਅਵਸਥਾ ਦੱਸਣ ਤੋਂ ਸਿੰਘ ਨਾਰਾਜ਼ ਹੁੰਦੇ ਨੇ। ਅਤੇ ਪਰ ਮੈਂ ਤੇਰੀ ਜਾਣਕਾਰੀ ਲਈ ਡਾਕਟਰ ਸਾਹਿਬ ਦੱਸਦਾ ਵੀ ਇਹਨੂੰ 6 ਮਹੀਨੇ ਹੋਏ ਨੇ, ਨਾ ਤਾਂ ਇਹਨੇ ਪ੍ਰਸ਼ਾਦਾ ਛਕਿਆ ਹੈ ਅਤੇ ਨਾ ਹੀ ਆਪ ਦੀ ਕਿਤੇ ਢੋਬ ਨਹੀਂ ਲਾਈ, ਲੱਕ ਜ਼ਮੀਨ ਨਾਲ ਨਹੀਂ ਲਾਇਆ। ਇੰਨਾ ਅਭਿਆਸ ਕਰਦਾ, ਮੇਰੇ ਨਾਲੋਂ ਵੱਧ ਅਭਿਆਸ ਹੈ ਇਸਦਾ। ਸਾਰੀ ਰਾਤ ਸਰੋਵਰ ਵਿੱਚ ਗੁਰਬਾਣੀ ਦਾ ਪਾਠ ਪੜ੍ਹਦੇ ਰਹਿਣਾ। ਔਰ ਜੂਨ 84 ਦੇ ਵਿੱਚ ਜਿਹੜੇ 40 ਦੇ ਕਰੀਬ ਸਿੰਘ ਮਹਾਂਪੁਰਖਾਂ ਦੇ ਸਾਥ ਸੀਗੇ ਸ਼ਹੀਦੀ ਪਾਉਣ ਵਾਲੇ, ਉਹਨਾਂ 'ਚ ਭਾਈ ਦਲਬੀਰ ਸਿੰਘ ਅਭਿਆਸੀ ਵੀ ਸੀਗਾ। ਤੋ ਇਸ ਤਰੀਕੇ ਨਾਲ ਇਹੋ ਜਿਹੇ ਕਈ ਜਿਹੜੇ ਗੁਰਮੁਖ ਪਿਆਰੇ ਉਹ ਮਹਾਂਪੁਰਖਾਂ ਦੀ ਸੰਪਰਕ ਦੇ ਵਿੱਚ ਆਏ ਅਤੇ ਗੁਰਮੁਖ ਬਣ ਗਏ। ਇਸ ਲਈ ਮਹਾਰਾਜ ਫਰਮਾਨ ਕਰਦੇ ਹਨ, ਗੁਰਮੁਖਾਂ ਖੋਟੇ ਖਰੇ ਪਛਾਣ। ਜਿਹੜੇ ਗੁਰਮੁਖ ਨੇ ਉਹ ਖੋਟਿਆਂ ਨੂੰ ਵੀ ਆਪ ਦੇ ਨਾਲ ਲਾ ਕੇ ਅਤੇ ਗੁਰਮੁਖਾਂ ਦੀ ਪਹਿਚਾਣ ਵਾਲੀ ਕਰ ਦਿੰਦੇ ਹਨ। ਉਹਨਾਂ ਦੀ ਪਹਿਚਾਣ ਸੰਤਾਂ ਵਾਲੀ,
ਗੁਰਮੁਖਾਂ ਵਾਲੀ ਬਣ ਜਾਂਦੀ ਹੈ ਜੋ ਗੁਰਮੁਖਾਂ ਦੀ ਸੰਗਤ ਕਰਦੇ ਹਨ। ਇਸ ਲਈ ਆਪਾਂ ਸਾਰਿਆਂ ਨੂੰ ਚਾਹੀਦਾ, ਹੁਣ ਲੋਕਡਾਊਨ ਦੇ ਵਿੱਚ ਤਾਂ ਸਾਨੂੰ ਸਾਰਿਆਂ ਨੂੰ ਹੀ ਮੱਤ ਆ ਗਈ ਹੈ, ਕੰਮ ਕੰਮ ਕੰਮ। ਹੁਣ ਜੇ ਕੋਈ ਪੁੱਛੇ ਵੀ ਕਿੱਥੇ ਨੇ ਕੰਮ, ਪੈਸਾ ਪੈਸਾ ਪੈਸਾ, ਪੈਸਾ ਹੀ ਭਗਵਾਨ ਨਹੀਂ, ਹੁਣ ਕਿੱਥੇ ਆ ਪੈਸਾ। ਸੋ ਕੰਮ ਤਾਂ ਅਸਲੀ ਮਹਾਰਾਜ ਨੇ ਕੰਮ ਆਉਣਾ, ਗੁਰੂ ਦੀ ਬਾਣੀ ਨੇ ਹੀ ਸਾਥ ਨਿਭਣਾ ਹੈ। ਇਸੇ ਲਈ ਸਾਹਿਬਾਂ ਨੇ ਆਖਿਆ ਅਬਰ ਕਾਜ ਤੇਰੇ ਕਹਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਕੰਮ ਜ਼ਰੂਰੀ ਹੈ, ਗ੍ਰਸਤੀਆਂ ਵਾਸਤੇ ਮਾਇਆ ਹੀ ਪ੍ਰਧਾਨ ਹੈ, ਇਸ ਤੋਂ ਬਗੈਰ ਗੁਜ਼ਾਰਾ ਨਹੀਂ। ਪਰ ਮਹਾਰਾਜ ਦੇ ਚਰਨਾਂ ਦਾ ਆਸਰਾ ਘੜੀ ਘੰਟਾ ਥੋੜ੍ਹਾ ਬਹੁਤਾ ਤਾਂ ਲੈਣਾ ਚਾਹੀਦਾ ਹੀ ਹੈ। ਕਬੀਰ ਸਾਹਿਬ ਜੀ ਦਾ ਬਚਨ ਹੈ, ਕਬੀਰ ਏਕ ਘੜੀ 24 ਮਿੰਟਾਂ ਦੀ, ਕੋਈ ਬਹੁਤੇ ਮਿੰਟ ਨਹੀਂ, 24 ਘੰਟਿਆਂ ਦੇ ਵਿੱਚੋਂ 24 ਮਿੰਟ ਕੋਈ ਜ਼ਿਆਦਾ ਨਹੀਂ। ਕਬੀਰ ਏਕ ਘੜੀ ਆਧੀ ਘੜੀ, ਇੱਕ ਵਾਰੀ ਘੜੀ ਹੈ ਰਾੜੇ ਨਾਲ, ਦੂਜੀ ਵਾਰੀ ਰਾਰੇ ਨਾਲ ਘੜੀ ਹੈ। ਕਬੀਰ ਏਕ ਘੜੀ ਆਧੀ ਘੜੀ, ਆਧੀ ਹੂੰ ਤੇ ਆਦ ਭਗਤਨ ਸੇਤੀ ਗੋਸ਼ਟ, ਜੋ ਕੀਨੇ ਸੋ ਲਾਭ। ਕਬੀਰ ਸੰਗਤ ਸਾਧ ਕੀ ਦਿਨ ਦਿਨ ਦੂਣਾ ਹੇਤ, ਸਾਖਤਕਾਰੀ ਕਾਂਬਰੀ ਤੋਏ ਹੋਏ ਨਾ ਸੇਧ। ਇੱਕ ਘੜੀ ਸਮਾਂ ਨਹੀਂ, ਅੱਧੀ ਘੜੀ 12 ਮਿੰਟ, ਉਹਨਾਂ ਵੀ ਨਹੀਂ ਤਾਂ 6 ਮਿੰਟ, ਜੇ 6 ਮਿੰਟ ਵੀ ਨਹੀਂ ਤਾਂ 3 ਮਿੰਟ ਹੀ ਦਿਖਾਲੀ ਦੇ ਜਾਓ। ਗੁਰੂ ਘਰ ਦੀ ਰੌਣਕ ਵਧਾਓ, ਨਾਲੇ ਆਪ ਦਾ ਭਲਾ ਕਰੋ। ਤੋ ਜੋ ਵੀ ਸੰਤਾਂ ਭਗਤਾਂ ਨਾਲ ਗੋਸ਼ਟ ਕਰਨੀ, ਇਹਦਾ ਲਾਭ ਹੀ ਲਾਭ ਹੈ, ਇਹਦਾ ਨੁਕਸਾਨ ਕੋਈ ਨਹੀਂ। ਇਸ ਲਈ ਸੋ ਗੁਰਮੁਖਾਂ ਦੀ ਸੰਗਤ ਤੋਂ ਗੁਰਮੁਖਾਂ ਵਾਲੀ ਪਹਿਚਾਣ ਬਣਦੀ ਹੈ। ਗੁਰਮੁਖ ਲਾਗੈ ਸਹਿਜ ਧਿਆਨ, ਸਾਨੂੰ ਤਾਂ ਇਉਂ ਜਾਪਦਾ ਵੀ ਉਹ ਸਾਡੇ ਵਰਗੇ ਹੀ ਨੇ, ਪਰ ਸਾਧ ਸੰਗਤ ਜੀ ਉਹ ਸਾਡੇ ਵਿੱਚ ਰਹਿੰਦੇ ਹੋਏ ਵੀ ਬ੍ਰਹਮ ਗਿਆਨੀ ਸਦਾ ਨਿਰਲੇਪ, ਜੈਸੇ ਜਲ ਮੈਂ ਕਮਲ ਅਲੇਪ। ਜਿਵੇਂ ਕਮਲ ਦਾ ਫੁੱਲ ਭਾਵੇਂ ਚਿੱਕੜ 'ਚ ਹੁੰਦਾ, ਪਰ ਉਹਦਾ ਧਿਆਨ ਸੂਰਜ ਵੱਲ ਹੁੰਦਾ ਹੈ, ਸੂਰਜ ਵੇਖਦਿਆਂ ਸਾਰੀਆਂ ਖਿੜ ਜਾਂਦਾ ਤੇ ਨਿਰਲੇਪ ਰਹਿੰਦਾ ਹੈ ਚਿੱਕੜ ਤੋਂ, ਗੰਦੇ ਪਾਣੀ ਤੋਂ। ਇਉਂ ਜਿਹੜੇ ਗੁਰਮੁਖ ਨੇ ਉਹ ਰਹਿੰਦੇ ਤਾਂ ਸਾਡੇ ਵਾਂਗ ਹੀ ਨੇ ਦੁਨੀਆ ਵਿੱਚ, ਕਿਉਂਕਿ ਇੱਥੋਂ ਭੱਜ ਕੇ ਤਾਂ ਗੁਜ਼ਾਰਾ ਹੈ ਨਹੀਂ, ਰਹਿਣਾ ਤਾਂ ਇੱਥੇ ਪਊਗਾ। ਪਰ ਆਪਦੇ ਜੀਵਨ ਨੂੰ ਉੱਚਾ ਸੁੱਚਾ ਮਹਾਰਾਜ ਦੀ ਰਹਿਤ ਵਾਲਾ ਬਣਾਉਣਾ, ਇਹ ਗੁਰਮੁਖਾਂ ਦਾ ਜੀਵਨ ਹੈ। ਉਹਨਾਂ ਦਾ ਹਰ ਵਕਤ ਗਿਆਨ ਸਰੂਪ ਪਰਮੇਸ਼ਰ ਵਿੱਚ ਜਾਂ ਸੁਤੇ ਸਿੱਧ ਵਾਹਿਗੁਰੂ ਸਰੂਪ ਦੇ ਵਿੱਚ ਧਿਆਨ ਲੱਗਿਆ ਰਹਿੰਦਾ ਹੈ। ਭਾਵ ਹਰ ਵਕਤ ਉਹ ਪਰਮੇਸ਼ਰ ਨੂੰ ਧਿਆਉਂਦੇ ਰਹਿੰਦੇ ਨੇ। ਵਾਵੇ ਕੰਨਾ ਹਾਹੀ ਸਿਆਰੀ, ਗੱਗੀ ਔਂਕਰ ਤੇ ਰਾਰੇ ਦਲੈਂਕੜ, ਇਹਨਾਂ ਅੱਖਰਾਂ ਦੇ ਹਮੇਸ਼ਾ ਦਰਸ਼ਨ ਕਰਦੇ ਰਹਿਣਾ ਚਾਹੀਦਾ। ਪਹਿਲੋਂ ਪਹਿਲ ਧਿਆਨ ਇਕਾਗਰ ਨਹੀਂ ਹੁੰਦਾ ਤਾਂ ਗੁਰੂ ਸਾਹਿਬ ਤੋਂ ਅੱਖਰ ਪੜ੍ਹ ਲੈਣੇ, ਵਾਹਿਗੁਰੂ 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 ਵਾਹਿ ਜੀਓ। ਅਰਠੇ ਪੈਰ ਇਹਨਾਂ ਅੱਖਰਾਂ ਨੂੰ ਧਿਆਨ 'ਚ ਰੱਖਣਾ ਤੇ ਧਿਆਨ ਕੇਂਦਰਿਤ ਕਰਨ ਵਾਸਤੇ ਇੱਕ ਪਾਸੇ ਵੱਲ ਵੇਖ ਕੇ ਤੇ ਅੱਖਰਾਂ ਦਾ ਧਿਆਨ ਧਾਰਨਾ। ਅੱਖਰਾਂ ਤੋਂ ਬਾਅਦ ਫਿਰ ਅਰਥਾਂ ਦੇ ਵਿੱਚ, ਤੇ ਅਰਥਾਂ ਤੋਂ ਬਾਅਦ ਤੇ ਜੇ ਮਹਾਰਾਜ ਦੀ ਕਿਰਪਾ ਹੋਵੇ ਫਿਰ ਮਹਾਰਾਜ ਚਾਨਣ ਦਿੰਦਾ ਹੈ। ਗੁਰਬਾਣੀ ਇਸ ਜੱਗ ਮੈਂ ਚਾਨਣ। ਗੁਰਬਾਣੀ ਦੇ ਅੱਖਰ ਵੇਖਣ ਨੂੰ ਤਾਂ ਕਾਲੇ ਰੰਗ ਦੇ ਨੇ, ਤੇ ਪਰ ਹੈ ਇਹ ਚਾਨਣ ਮਨਾਰੇ ਦੀ ਤਰ੍ਹਾਂ, ਮਤਲਬ ਲੁੱਕ ਆਫਟਰ ਕਰਨ ਵਾਲੇ ਨੇ। ਕਿਸੇ ਨੂੰ ਰਸਤਾ ਨਾ ਹੋਵੇ, ਭੁੱਲਾ ਹੋਵੇ, ਤੇ ਅੱਗੇ ਅੱਗੇ ਬੰਦਾ ਚੱਲ ਕੇ ਉਹਦੀ ਲੁੱਕ ਆਫਟਰ ਕਰਦਾ ਵੀ ਮੇਰੇ ਮਗਰ ਮਗਰ ਤੁਰਿਆ। ਇਉਂ ਜਿਹੜੀ ਬਾਣੀ ਹੈ ਛੋਟੇ ਬੱਚੇ ਦੀ ਤਰ੍ਹਾਂ ਉਂਗਲ ਫੜ ਕੇ ਤੋਰਨ ਵਾਲੀ ਹੈ। ਜਿੱਥੇ ਬੰਦਾ ਭੁੱਲ ਜਾਏ ਉੱਥੇ ਸੱਜੇ ਖੱਬੇ ਕਿਵੇਂ ਜਾਣਾ, ਇਹ ਬਾਣੀ ਦੱਸਦੀ ਹੈ। ਬਾਣੀ ਇੱਕ ਚਾਨਣ ਮਨਾਰਾ, ਜਿਵੇਂ ਸਮੁੰਦਰਾਂ ਦੇ ਵਿੱਚ ਛਿੱਪਾਂ ਨੂੰ, ਤੇ ਉਹ ਚਾਨਣ ਮਨਾਰੇ ਰਸਤਾ ਦੱਸਦੇ ਵੀ ਇੱਧਰਲੇ ਪਾਸੇ ਬੰਦਰਗਾਹ ਹੈ। ਇਉਂ ਜਿਹੜਾ ਮਹਾਰਾਜ ਦਾ ਨਿਸ਼ਾਨ ਸਾਹਿਬ ਹੈ, ਗੁਰਬਾਣੀ ਹੈ, ਕੀਰਤਨ ਦੀ ਆਵਾਜ਼ ਹੈ, ਇਹ ਚਾਨਣ ਮਨਾਰੇ ਦੀ ਤਰ੍ਹਾਂ ਗੁਰਦੁਆਰੇ ਦਾ ਰਸਤਾ ਪ੍ਰਤੱਖ ਵੀ ਦੱਸਦੀ ਹੈ ਤੇ ਆਤਮਿਕ ਤੌਰ 'ਤੇ ਵੀ ਇਹ ਚਾਨਣ ਪ੍ਰਕਾਸ਼ ਦੀ ਤਰ੍ਹਾਂ। ਆਪਣੀ ਅਵਸਥਾ ਮੁਤਾਬਕ ਜਿਹੜੇ ਗੁਰਮੁਖ ਨੇ ਉਹ ਹਮੇਸ਼ਾ ਹੀ, ਕਈ ਤਾਂ ਸਾਊਂਡ 'ਚ ਧਿਆਨ ਰੱਖਦੇ ਨੇ, ਧੁਨ ਮੈਂ ਧਿਆਨ, ਤੇ ਧੁਨੀ 'ਚ ਧਿਆਨ ਰੱਖਣ ਤੋਂ ਫਿਰ ਧਿਆਨ ਮੈਂ ਜਾਣਿਆ, ਧਿਆਨ ਦੇ ਵਿੱਚ ਹੀ ਪ੍ਰਕਾਸ਼ ਆਉਂਦਾ। ਗੁਰਮੁਖ ਕਥ ਕਹਾਣੀ, ਇਹ ਗੁਰਮੁਖਾਂ ਦੀ ਕਥ ਕਥਾ ਹੈ। ਇਉਂ ਉਹਨਾਂ ਦਾ ਹਰ ਵਕਤ ਪਰਮੇਸ਼ਰ 'ਚ ਧਿਆਨ ਲੱਗਿਆ ਰਹਿੰਦਾ, ਹਰ ਵਕਤ ਹੀ ਉਹ ਵਾਹਿਗੁਰੂ ਨੂੰ ਧਿਆਉਂਦੇ ਰਹਿੰਦੇ। ਇੱਥੋਂ ਤੱਕ ਵੀ ਗਾਣੇ ਆਦਿਕ ਕੋਈ ਬਾਹਰਲਾ ਸਾਊਂਡ ਵੀ ਲੱਗਾ ਹੋਵੇ, ਉਹ ਸੌਂਗ ਦੇ ਵਿੱਚੋਂ ਸੰਗੀਤ ਕੈਚ ਕਰਕੇ ਤੇ ਆਪ ਦਾ ਵਾਹਿਗੁਰੂ ਮੰਤਰ ਨਾਲ ਜੋੜ ਕੇ ਗੱਲ ਨਹੀਂ ਸੁਣਨੀ ਵੀ ਬੋਲਦੇ ਕੀ ਨੇ।
ਉਹ ਦੂਜੇ ਬੋਲ ਨੂੰ ਅਣਸੁਣਿਆ ਕਰਕੇ ਅਤੇ ਉਹ ਸੌਂਗ ਦੇ ਨਾਲ ਆਪਦੀ ਸੰਗੀਤਮਈ ਧੁਨੀ ਮਿਲਾ ਕੇ ਅਤੇ ਜਿਸ ਤਰ੍ਹਾਂ ਵੱਜਦੀ ਜੋੜੀ ਵਾਜੇ ਵਿੱਚ ਤੋ ਵਾਹਿਗੁਰੂ ਨਾਮ ਦੀ ਧੁਨੀ ਜੋੜ ਕੇ ਆਪ ਦਾ ਆਨੰਦ ਵੱਖਰਾ ਲੈਂਦੇ। ਇਉਂ ਗੁਰਮੁਖ ਹਮੇਸ਼ਾ ਰੱਬ ਨੂੰ ਧਿਆਉਂਦੇ ਰਹਿੰਦੇ ਨੇ। ਇਹੀ ਅਸਲੀ ਗੁਰਮੁਖਾਂ ਦਾ ਜੀਵਨ ਹੈ। ਮਹਾਰਾਜ ਫਰਮਾਉਂਦੇ ਨੇ ਇਸੇ ਤਰ੍ਹਾਂ, ਗੁਰਮੁਖ ਲਾਗੈ ਸਹਿਜ ਧਿਆਨ। ਜਿਨ੍ਹਾਂ ਦਾ ਹਰ ਵਕਤ ਪ੍ਰਭੂ ਨਾਮ 'ਚ ਧਿਆਨ ਲੱਗਿਆ ਰਹਿੰਦਾ ਹੈ। ਸਾਡਾ ਧਿਆਨ ਕਿਹਦੇ 'ਚ? ਪੈਸੇ 'ਚ। ਮਾਇਆ ਮਾਇਆ ਕਰ ਮੋਏ, ਮਾਇਆ ਕਿਸੇ ਨਾ ਸਾਥ, ਹਾਏ ਮਾਇਆ ਹਾਏ ਮਾਇਆ। ਸਾਡਾ ਧਿਆਨ ਕਿਹਦੇ 'ਚ? ਬੁਰੇ ਪਾਸੇ ਨਿਗਾਹ ਘੁੰਮੀ ਹੋਈ ਹੈ, ਚੰਗਾ ਵੇਖਣਾ ਹੀ ਨਹੀਂ। ਸਾਡਾ ਧਿਆਨ ਕਿਹਦੇ 'ਚ? ਕਿਸੇ ਦੀ ਚੁਗਲੀ ਸੁਣਨ 'ਚ। ਕਥਾ ਕੀਰਤਨ ਨਾਮ 'ਚ ਨਹੀਂ ਲਾਉਣਾ, ਨਿੰਦਿਆ ਚੁਗਲੀ 'ਚ ਕੰਨ ਲਾ ਕੇ ਖਲੋ ਜਾਣਾ। ਇਹ ਮੇਰੇ ਵਰਗਿਆਂ ਦਾ ਸੁਭਾਅ ਹੈ। ਆਪ ਤਾਂ ਕੁਛ ਨਹੀਂ ਬੋਲਣਾ, ਗੱਲ ਸੁਣ ਕੇ ਦੂਜੇ ਪਾਸੇ ਕਰ ਦੇਣੀ। ਇਉਂ ਬੁਰੇ ਪਾਸੇ ਧਿਆਨ ਹੈ। ਮੈਂ ਤਾਂ ਸਮਝਦਾ ਜੋ ਮਹਾਰਾਜ ਨੇ ਆਖਿਆ ਉਹ ਬਿਲਕੁਲ ਸਹੀ ਹੈ। ਕਾਮ ਨਾ ਬਿਸਰਿਓ, ਕ੍ਰੋਧ ਨਾ ਬਿਸਰਿਓ, ਲੋਭ ਨਾ ਛੋਟਿਓ ਦੇਵਾ, ਪਰ ਨਿੰਦਾ। ਉਹ ਵੀਰਾ ਮੂੰਹ ਤਾਂ ਤੂੰ ਬੰਨਿਆ ਹੋਇਆ, ਸਿਰ 'ਤੇ ਕੱਪੜਾ ਲਿਆ ਨਹੀਂ ਹੋਇਆ। ਗੁਰਦੁਆਰੇ ਵੈਸੇ ਜੇ ਬੁਰਾ ਨਾ ਮਨਾਇਓ ਵੀ ਇੱਥੇ ਤਾਂ ਮਹਾਰਾਜ ਦੀ ਕਿਰਪਾ ਹੀ ਆ। ਇੱਥੇ ਮੂੰਹ ਬੰਨਣ ਦਾ ਨਹੀਂ ਕੋਈ ਮਤਲਬ। ਜਿਸ ਤਰ੍ਹਾਂ ਆਪਦੇ ਪਰਿਵਾਰ 'ਚ ਸਾਰੇ ਆਪਾਂ ਇੱਕੋ ਜਿਹੇ ਹੀ ਹਾਂ, ਕੋਈ ਇਸ ਤਰ੍ਹਾਂ ਦੀ ਗੱਲਬਾਤ ਨਹੀਂ। ਇੱਥੇ ਮੂੰਹ ਖੋਲ੍ਹ ਕੇ ਆਓ ਅਤੇ ਸਿਰ ਢੱਕ ਕੇ ਆਓ। ਇੱਥੇ ਕੋਈ ਕਰੋਨਾ ਕਰਾਨਾ ਨਹੀਂ। ਮਹਾਰਾਜ ਕਿਰਪਾ ਕਰੇ। ਦਰਬਾਰ ਸਾਹਿਬ ਤੁਸੀਂ ਜਾਂਦੇ ਹੋ, ਹਰਿਮੰਦਰ ਸਾਹਿਬ ਸੇਵਾਦਾਰ ਮੂੰਹ ਤੋਂ ਕੱਪੜਾ ਲੁਹਾ ਦਿੰਦੇ ਨੇ ਤਾਂ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਸਾਫ ਸੁਥਰੇ ਸਾਰੇ ਨਹਾਤੇ ਧੋਤੇ ਹੀ ਨੇ। ਸਵੇਰੇ ਸਵੇਰੇ ਕੀ ਹੋ ਗਿਆ ਆਪਾਂ ਨੂੰ? ਤੋ ਇਸ ਵਾਸਤੇ ਮਹਾਰਾਜ ਕਿਰਪਾ ਕਰੇ ਇੱਥੇ ਮੂੰਹ ਖੋਲ੍ਹ ਕੇ ਬੈਠਿਆ ਕਰੋ ਅਤੇ ਮੱਥਾ ਟੇਕ ਕੇ ਆਪਦੇ ਸੋ ਪਿਆਰ ਦੇ ਨਾਲ ਸ਼ਰਧਾ ਨਾਲ ਗੁਰੂ ਸਾਹਿਬ ਦੇ ਚਰਨਾਂ 'ਚ ਅਰਦਾਸ ਕਰੀਏ। ਸ੍ਰੀ ਹਰਿਕ੍ਰਿਸ਼ਨ ਤੇ ਆਈਏ, ਜਿਸ ਡਿਠੇ ਸਭ ਦੁੱਖ ਜਾਏ। ਤੋ ਮਹਾਰਾਜ ਫਰਮਾਉਂਦੇ ਨੇ, ਗੁਰਮੁਖ ਲਾਗੈ ਸਹਿਜ ਧਿਆਨ। ਗੁਰਮੁਖਾਂ ਦਾ ਸਹਿਜ ਸੁਤੇ ਸਿਧੀ ਅਤੇ ਬਿਨਾਂ ਯਤਨ ਤੋਂ ਕਹਿੰਦੇ ਮਹਾਰਾਜ ਦੇ ਚਰਨਾਂ ਦੇ ਵਿੱਚ ਧਿਆਨ ਲੱਗਿਆ ਰਹਿੰਦਾ। ਧੁਨ ਮੈਂ ਧਿਆਨ ਧਿਆਨ ਮੈਂ ਜਾਣਿਆ, ਗੁਰਮੁਖ ਅਕਥ ਕਹਾਣੀ। ਅਸਲੀ ਗੁਰਮੁਖ ਉਹੀ ਨੇ ਜਿਹੜੇ ਹਰ ਵਕਤ ਮਹਾਰਾਜ ਦੇ ਨਾਮ ਦੇ ਵਿੱਚ ਬਾਣੀ 'ਚ ਧਿਆਨ ਜੋੜ ਕੇ ਰਹਿੰਦੇ। ਉਹਨਾਂ ਨੂੰ ਹੀ ਆਤਮਿਕ ਸਹਿਜ ਆਤਮਿਕ ਸ਼ਾਂਤੀ ਦੀ ਪ੍ਰਾਪਤੀ ਹੋਈ ਹੈ। ਗੁਰਮੁਖ ਦਰਗਾਹ ਸਿਫਤ ਸਮਾਏ। ਗੁਰਮੁਖ ਜਨਾਂ ਦਾ ਚਿੱਤ ਹਰ ਵਕਤ ਪਰਮੇਸ਼ਰ ਦੀ ਦਰਗਾਹ ਨਿਆਈ ਸਭਾ ਅਤੇ ਪਰਮੇਸ਼ਰ ਦੀ ਉਸਤਤੀ ਦੇ ਵਿੱਚ ਸਮਾਇਆ ਰਹਿੰਦਾ ਹੈ, ਹਮੇਸ਼ਾ ਹੀ ਮਿਲਿਆ ਰਹਿੰਦਾ ਹੈ। ਕਹਿੰਦੇ ਕਾਮ ਨਾ ਬਿਸਰਿਓ, ਕ੍ਰੋਧ ਨਾ ਬਿਸਰਿਓ, ਲੋਭ ਨਾ ਛੋਟਿਓ ਦੇਵਾ, ਪਰ ਨਿੰਦਾ ਮੁਕਤੇ ਨਹੀਂ ਛੁੱਟੀ। ਨਿਫਲ ਪਈ ਸਭ ਸੇਵਾ, ਸਿਮਰਨ ਕੀਤਾ ਸਭ ਨਿਸਫਲ ਹੋ ਗਿਆ ਜੇ ਔਗਣਾਂ ਦਾ ਤਿਆਗ ਨਹੀਂ ਕੀਤਾ। ਇਉਂ ਧਿਆਨ ਦੀ ਗੱਲ ਹੈ। ਜੇ ਧਿਆਨ ਮਹਾਰਾਜ ਦੇ ਨਾਮ ਸਿਫਤ ਸਲਾਹ ਵਿੱਚ ਸਮਾਇਆ ਤਾਂ ਗੁਰਮੁਖਾਂ ਵਾਲਾ ਜੀਵਨ ਹੈ। ਇਸੇ ਤਰ੍ਹਾਂ ਗੁਰਮੁਖਾਂ ਦਰਗਾਹ ਸਿਫਤ ਸਮਾਏ। ਗੁਰਮੁਖ ਸਾਧ ਸੰਗਤ ਰੂਪ ਦਰਗਾਹ 'ਚ ਮਿਲ ਕੇ ਹਰ ਵਕਤ ਪਰਮੇਸ਼ਰ ਦੀ ਸਿਫਤ ਸਮਾਏ ਰਹਿੰਦੇ ਨੇ। ਇਸੇ ਤਰ੍ਹਾਂ ਗੁਰਮੁਖ ਦਰਗਾਹ ਸਿਫਤ ਸਮਾਏ। ਜੋ ਅੰਦਰ ਤੁਰਿਆ ਪਦ ਰੂਪ ਜਗ੍ਹਾ ਉਹਦੀ ਪ੍ਰਾਪਤੀ ਲਈ ਗੁਰਮੁਖ ਜਨ ਹਰ ਵਕਤ ਸਿਫਤੀ ਪਰਮੇਸ਼ਰ ਦੀ ਸਿਫਤ 'ਚ ਸਮਾਏ ਰਹਿੰਦੇ ਹਨ। ਇਸੇ ਪ੍ਰਕਾਰ ਗੁਰਮੁਖ ਦਰਗਾਹ ਸਿਫਤ ਸਮਾਏ। ਗੁਰਮੁਖ ਜਨ ਗਿਆਨ ਰੂਪੀ ਅਸਥਾਨ ਦੇ ਵਿੱਚ ਸਥਿਤ ਹੋ ਕੇ ਬ੍ਰਹਮ ਗਿਆਨੀ ਦਾ ਭੋਜਨ ਗਿਆਨ। ਸਾਨੂੰ ਰੋਟੀ ਦਾ ਆਸਰਾ ਹੈ, ਨਾ ਪ੍ਰਸ਼ਾਦਾ ਛਕੋ ਚਿਹਰੇ ਦੀ ਕ੍ਰਾਂਤੀ ਮੁਰਝਾ ਜਾਂਦੀ ਹੈ। ਬ੍ਰਹਮ ਗਿਆਨੀ ਛਕਦੇ ਤਾਂ ਸਹੀ, ਪਰ ਉਹਨਾਂ ਨੂੰ ਗਿਆਨ ਦਾ ਆਸਰਾ, ਉਹਨਾਂ ਦਾ ਭੋਜਨ ਬ੍ਰਹਮ ਗਿਆਨ ਹੈ। ब्रह्म ज्ञानी का भोजन ज्ञान, नानक ब्रह्म ज्ञानी का ब्रह्म ध्यान। ਉਹ ਗਿਆਨ ਦੇ ਵਿੱਚ ਸਥਿਤ ਹੋ ਕੇ ਹਰ ਵਕਤ ਸਿਫਤੀ ਪ੍ਰਭੂ ਸਮਾਏ ਰਹਿੰਦੇ। ਇਸੇ ਤਰ੍ਹਾਂ ਗੁਰਮੁਖ ਦਰਗਾਹ ਸਿਫਤ ਸਮਾਏ। ਉਹ ਰੱਬ ਦੀ ਦਰਗਾਹ ਦੇ ਵਿੱਚ ਜਿਉਂਦੇ ਹੀ ਸੱਚਖੰਡ ਪਹੁੰਚ ਕੇ ਸੱਚਖੰਡ ਵਸੈ ਨਿਰੰਕਾਰ ਉਸ ਅਵਸਥਾ ਦੇ ਵਿੱਚ ਟਿਕੇ ਹੋਏ ਰੱਬ ਰੱਬ ਕਰਦੇ ਰਹਿੰਦੇ ਹਨ। ਨਾਨਕ ਗੁਰਮੁਖ ਬੰਦ ਨਾ ਪਾਏ। ਸਤਿਗੁਰੂ ਨਾਨਕ ਦੇਵ ਮਹਾਰਾਜ ਕਥਨ ਕਰਦੇ
ਹੈ ਕਿ ਗੁਰਮੁਖ ਜਨਾਂ ਨੂੰ ਯਮਦੂਤ ਰੋਕ ਨਹੀਂ ਪਾ ਸਕਦਾ, ਨਾ ਹੀ ਕਾਮ ਕ੍ਰੋਧ ਆਦਿ ਕੋਈ ਰੋਕ ਸਕਦਾ। ਮੋਹ ਅਗਿਆਨ ਜੰਮਣ ਮਰਨ ਦਾ ਕੋਈ ਵੀ ਬੰਧਨ ਉਹਨਾਂ ਦੇ ਪੈਰਾਂ 'ਚ ਨਹੀਂ ਪੈਂਦਾ। ਉਹ ਹਮੇਸ਼ਾ ਛੁੱਟੇ ਹੋਏ ਨੇ ਅਤੇ ਦੂਜਿਆਂ ਨੂੰ ਛਡਾਉਣ ਹਾਰ ਹਨ। ਇੱਥੇ ਸਮਾਪਤੀ ਹੈ ਜੀ। ਬੋਲੋ ਚ ਖਿਮਾ ਕਰਨੀ, ਅੱਗੇ ਤੋਂ ਸਮਤ ਬਖਸ਼ਣੀ। ਗੁਰਮੁਖ ਦਰਗਹ ਸਿਵਤ ਸਮਾਏ, ਨਾਨਕ ਗੁਰਮੁਖ ਬੰਦ ਨਾ ਪਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ।